कहाँ बुद्ध प्रभ तुच्छ हमारी। बर न सकै महिमा जो तुहारी। हम ना सकत कर सिफत तुम्हारी। आप लेहो तुम कथा सुधारी। तेरे कवन कवन गुण कह कह गावा। तू साहिब गुनी निधाना। तुमरी महिमा भरन न सकूं। तू ठाकुर ऊच भगवाना। फिरत फिरत प्रभ आया। परया तो सरनाए। नानक की प्रभ बेनती। अपनी भगति लाए। तू बेअंत को विरला जानै। गुर प्रसाद को शब्द बखानै। दर्शन मांगो देह प्यारे। तुमरी सेवा कौन कौन ना तारे। एक मन पुरख ध्याए बर दाता। संत सहार सदा बिख्याता। दास चरण ले हृदय बसावो। तो परम गुरु नानक गुण गावो। तुकाओ हो टल गुर सेविय ऐनस सहज सुभाय। दर्शन परसै गुरु कै जन्म मरण दुख जाय। होवै सिफत कसमति नूर अरसों कुरसों छटियै। तुध डिठे सच्चे पातशाह मर जन्म जन्म दी कटियै। तुध डिठे सच्चे पातशाह मर जन्म जन्म दी कटियै। सतनाम श्री वाहिगुरु साहिब जीओ। तनासरी महला पहला। नदर करे तां सिमरिया जाए। आत्मा द्रव रह लिव लाए। आत्मा प्रात्मा एको करै। अंतर की दुविधा अंतर मरै। गुर प्रसादी पाया जाए। हर स्यों चित लागै फिर काल ना खाए। नदर करे तां सिमरिया जाए। वाहिगुरु जी का खालसा वाहिगुरु जी की फतेह।
ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਸੁਸ਼ੋਭਿਤ ਹੁੰਦਿਆਂ ਹੋਇਆ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਨਿਤਨੇਮ ਤੇ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕੀਤੀ ਹੈ। ਇਸ ਵੇਲੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਥਾ ਦੇ ਰੂਪ ਦੇ ਵਿੱਚ ਆਪਾਂ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਆਓ ਕੁਝ ਸਮੇਂ ਵਾਸਤੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਤਿਗੁਰਾਂ ਦੇ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਧਨਾਸਰੀ ਰਾਗ ਦੇ ਅੰਦਰ ਇਹ ਪਵਿੱਤਰ ਉਪਦੇਸ਼ ਜੋ ਹੈ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। 661 ਅੰਗ ਦੇ ਉੱਪਰ ਇਹ ਜੋ ਸ਼ਬਦ ਹੈ ਮਹਾਰਾਜ ਜੀਆਂ ਨੇ ਅੰਕਿਤ ਕੀਤਾ ਹੈ। ਧਨਾਸਰੀ ਇਹ ਜੋ ਰਾਗ ਹੈ ਇਹਦੇ ਵਿੱਚ ਮਹਾਰਾਜ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇਸ ਰਾਗਨੀ ਨੂੰ ਗਾਉਣ ਦਾ ਸਮਾਂ ਦਿਨ ਦਾ ਤੀਸਰਾ ਪਹਿਰ ਲਿਖਿਆ ਹੈ। 12 ਵਜੇ ਤੋਂ ਲੈ ਕੇ 3 ਵਜੇ ਦੇ ਸਮੇਂ ਦੇ ਅੰਦਰ ਇਹ ਰਾਗਨੀ ਗਾਈ ਜਾਂਦੀ ਹੈ। ਐਸੀ ਰਾਗਨੀ ਦੇ ਅੰਦਰ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਨਦਰ ਕਰੇ ਤਾਂ ਸਿਮਰਿਆ ਜਾਏ। ਸਤਿਗੁਰੂ ਬਖਸ਼ਿਸ਼ ਕਰਦੇ। ਨਦਰ ਤੋਂ ਭਾਵ ਹੈ ਮਿਹਰ, ਬਖਸ਼ਿਸ਼, ਕਿਰਪਾ। ਜੇ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ ਤੇ ਤਾਂ ਹੀ ਪ੍ਰਮਾਤਮਾ ਸਿਮਰਿਆ ਜਾਂਦਾ, ਯਾਦ ਕੀਤਾ ਜਾਂਦਾ। ਬਚਨ ਹੈ ਗਰੀਬ ਨਵਾਜ ਸਤਿਗੁਰੂ ਜੀਆਂ ਦਾ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵੀ ਸ਼ਬਦ ਸਰਵਣ ਕੀਤਾ ਸੀ। ਜੈਸੀ ਨਦਰ ਕਰੇ ਤੈਸਾ ਹੋਏ, ਬਿਨ ਨਦਰੀ ਨਾਨਕ ਨਹੀਂ ਕੋਏ। ਪਰਮਾਤਮਾ ਜਿਵੇਂ ਦੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਜੀਵ ਨੂੰ ਉਸ ਤਰ੍ਹਾਂ ਦੇ ਫਲ ਪ੍ਰਾਪਤ ਹੁੰਦਾ ਹੈ। ਪਰਮਾਤਮਾ ਦੀ ਮਿਹਰ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ, ਕਿਰਪਾ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਇੱਕ ਜਗੰਦੇ ਨਾ ਲਹਾਨ ਇੱਕ ਨਾ ਸੁੱਤਿਆਂ ਦੇ ਉਠਾਲ। ਇਹ ਪਰਮਾਤਮਾ ਦੀ ਮੌਜ ਹੈ, ਮਰਜ਼ੀ ਹੈ। ਜਦੋਂ ਬਖਸ਼ਿਸ਼ ਕਰਨੀ ਹੈ ਤਰੁੱਠ ਕੇ ਉਹ ਕਿਸੇ ਸਮੇਂ ਵੀ ਕਰ ਸਕਦਾ ਹੈ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ ਨਦਰ ਕਰੇ। ਜੇ ਪਰਮਾਤਮਾ ਮਿਹਰ ਕਰੇ, ਕਿਰਪਾ ਦ੍ਰਿਸ਼ਟੀ ਕਰੇ ਤਾਂ ਸਿਮਰਿਆ ਜਾਏ, ਤਾਂ ਫਿਰ ਪਰਮਾਤਮਾ ਜਿਹੜਾ ਉਹ ਸਿਮਰਿਆ ਜਾਂਦਾ, ਯਾਦ ਕੀਤਾ ਜਾਂਦਾ। ਅਸੀਂ ਜਦੋਂ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰਦੇ ਹਾਂ, ਮੱਥਾ ਟੇਕਦੇ ਹਾਂ, ਦੁਨਿਆਵੀ ਪਦਾਰਥਾਂ ਦੀ ਮੰਗ ਕਰਦੇ ਹਾਂ। ਅਰਦਾਸ ਦੇ ਵਿੱਚ ਇੱਕੋ ਪਦਾਰਥ ਮੰਗਣਾ ਚਾਹੀਦਾ ਹੈ। ਉਹ ਪਦਾਰਥ ਕਿਹੜਾ ਹੈ? ਪਰਮਾਤਮਾ ਦਾ ਨਾਮ। ਪਰਮਾਤਮਾ ਦੇ ਨਾਮ ਦੇ ਵਿੱਚ ਦੁਨੀਆ ਦੇ ਤਮਾਮ ਪਦਾਰਥ ਆ ਜਾਂਦੇ, ਸਾਰੀਆਂ ਵਸਤੂਆਂ ਆ ਜਾਂਦੀਆਂ। ਵਿਦਵਾਨਾਂ ਦਾ ਕਥਨ ਹੈ ਹਾਥੀ ਦੀ ਪੈੜ ਦੇ ਵਿੱਚ ਸਾਰੇ ਜਾਨਵਰਾਂ ਦੀ ਪੈੜ ਆ ਜਾਂਦੀ ਹੈ, ਕਿਉਂਕਿ ਹਾਥੀ ਦੀ ਪੈੜ ਵੱਡੀ ਹੈ, ਪੈਰ ਵੱਡਾ ਹੈ। ਉਹਦੇ ਪੈਰ ਦੇ ਵਿੱਚ ਸਾਰਿਆਂ ਦਾ ਪੈਰ ਸਮਾ ਜਾਂਦਾ, ਭਾਵੇਂ ਮਨੁੱਖ ਦਾ ਵੀ ਕਿਉਂ ਨਾ ਹੋਵੇ। ਇਸ ਤਰ੍ਹਾਂ ਪਰਮਾਤਮਾ ਦਾ ਨਾਮ ਸਭ ਤੋਂ ਵੱਡਾ ਹੈ, ਉਹਦੇ ਵਿੱਚ ਸਾਰੇ ਹੀ ਪਦਾਰਥ ਆ ਜਾਂਦੇ। 4 ਪਦਾਰਥ ਜੇ ਕੋ ਮੰਗ ਹੈ। ਹੁਣ 4 ਪਦਾਰਥ ਵੱਖੋ ਵੱਖਰੇ ਮੰਗਾਂਗੇ, ਆਹ ਮਿਲ ਜਾਵੇ, ਇੱਕ ਮਿਲਿਆ ਫਿਰ ਦੂਜੇ ਦੀ ਮੰਗ ਕਰਾਂਗੇ, ਦੂਜਾ ਮਿਲਿਆ ਤੀਜੇ ਦੀ ਮੰਗ ਕਰਾਂਗੇ, ਤੀਜਾ ਮਿਲਿਆ ਫਿਰ ਚੌਥੇ ਦੀ ਮੰਗ ਉੱਠ ਪੈਣੀ ਹੈ। ਪਰ ਮਹਾਰਾਜ ਕਹਿਣ ਲੱਗੇ ਜੋ ਮੰਗੇ ਹੀ ਪਰਮਾਤਮਾ ਦਾ ਨਾਮ, ਤੇ ਫਿਰ ਇਸ ਤੋਂ ਬਾਅਦ ਵਿੱਚ ਮੰਗਣ ਦੀ ਲੋੜ ਹੀ ਨਹੀਂ ਪੈਣੀ। ਸਾਰੇ ਪਦਾਰਥ ਆਪਣੇ ਆਪ ਹੀ ਦੌੜੇ ਆਉਣਗੇ, ਭੱਜੇ ਆਉਣਗੇ। ਇਸ ਕਰਕੇ ਨਾਮ ਹੈ ਸਾਰਿਆਂ ਤੋਂ ਵੱਡਾ। ਮਹਾਰਾਜ ਕਹਿਣ ਲੱਗੇ ਜਦੋਂ ਗੁਰੂ ਅੱਗੇ ਅਰਦਾਸ ਕਰਦਾ ਨਾ, ਅਰਦਾਸ ਦੇ ਵਿੱਚ ਇਹ ਮੰਗਿਆ ਕਰ ਵੀ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਪਰਮਾਤਮਾ ਤੇਰੇ ਤੋਂ ਬਿਨਾਂ ਜੇ ਕੁਝ ਹੋਰ ਮੰਗਾਂਗਾ ਤੇ ਉਹ ਅੱਜ ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਤੇ ਪਰਸੋਂ ਦੁੱਖ ਰੂਪ ਹੋ ਜਾਣਾ, ਵਿਪਤਾ ਰੂਪ ਹੋ ਜਾਣਾ। ਪਰ ਜੇ ਤੇਰਾ ਨਾਮ ਮੰਗਾਂਗਾ ਤੇ ਨਾਮ ਦੇ ਵਿੱਚ ਜਿਹੜੇ ਪਦਾਰਥ ਮਿਲ ਜਾਣਗੇ ਉਹ ਸੁਖ ਰੂਪ ਹੋ ਜਾਣਗੇ।
ਇਹ ਬੇਨਤੀ ਕਰ ਗੁਰੂ ਚਰਨਾਂ ਦੇ ਅੰਦਰ ਵੀ ਨਦਰ ਕਰੇ ਤਾਂ ਸਿਮਰਿਆ ਜਾਏ। ਗੁਰੂ ਅੱਗੇ ਜਦੋਂ ਬੇਨਤੀ ਕਰੇਗਾ, ਜੋਦੜੀ ਕਰੇਗਾ, ਤੇ ਫਿਰ ਗੁਰੂ ਪ੍ਰਸੰਨ ਹੋ ਜਾਵੇਗਾ, ਬਖਸ਼ਿਸ਼ ਕਰ ਦੇਵੇਗਾ, ਤੇ ਪ੍ਰਸੰਨ ਹੋਇਆ ਫਿਰ ਬਚਨ ਜਿਹੜੇ ਪ੍ਰਾਪਤ ਹੋਣਗੇ ਨਾ ਉਹ ਤੈਨੂੰ ਨਿਹਾਲ ਕਰ ਦੇਣਗੇ। ਤੇ ਅਸੀਂ ਤੇ ਅਰਦਾਸ ਕਰਕੇ ਮਹਾਰਾਜ ਦੀ ਪ੍ਰਸੰਨਤਾ ਨਹੀਂ ਲੈਂਦੇ, ਕੇਵਲ ਅਰਦਾਸ ਕਰਨੀ ਹੈ ਭਾਵਨਾ ਦੇ ਨਾਲ। ਗੁਰੂ ਦੀ ਪ੍ਰਸੰਨਤਾ ਲੈਣ ਵਾਸਤੇ ਤੇ ਸਿੱਖਾਂ ਨੂੰ ਬੜੀਆਂ ਬੜੀਆਂ ਕੁਰਬਾਨੀਆਂ ਕਰਨੀਆਂ ਪਈਆਂ। ਪੀਰ ਬੁੱਧੂ ਸ਼ਾਹ ਦਾ ਇਤਿਹਾਸ ਆਪਾਂ ਪੜ੍ਹਦੇ ਹਾਂ ਨਾ, ਸਢਾਣੇ ਦੇ ਰਹਿਣ ਵਾਲਾ ਪੀਰ ਹੈ, ਗੁਰੂ ਪਾਤਸ਼ਾਹ ਦਾ ਸ਼ਰਧਾਲੂ ਹੈ। ਤੇ ਗੁਰਮੁਖੋ ਜਦੋਂ ਭੰਗਾਣੀ ਦਾ ਜੰਗ ਮਹਾਰਾਜ ਸਾਹਿਬ ਜੀ ਨੇ ਲੜਿਆ ਤੇ ਇਸ ਪੀਰ ਨੇ ਆਪਣੇ ਜਵਾਨ ਪੁੱਤਰ ਜਿਹੜੇ ਸਨ ਮਹਾਰਾਜ ਸਾਹਿਬ ਜੀਆਂ ਦੇ ਸਾਹਮਣੇ ਖੜੇ ਕਰ ਦਿੱਤੇ। ਆਪਣੇ ਜਵਾਈ, ਆਪਣੇ ਰਿਸ਼ਤੇਦਾਰ ਜਿੰਨੇ ਇਹਦੇ ਕੋਲ ਸੂਰਮੇ ਸਨ, ਆਪਣੇ ਸਾਰੇ ਸੂਰਮੇ ਮਹਾਰਾਜ ਦੇ ਸਾਹਮਣੇ ਖੜੇ ਕੀਤੇ। ਮਹਾਰਾਜ ਜੇ ਸ਼ਹੀਦ ਵੀ ਹੋ ਜਾਣਗੇ ਤੇ ਮੈਨੂੰ ਕੋਈ ਦੁੱਖ ਨਹੀਂ ਹੋਵੇਗਾ ਜੇ ਤੁਹਾਡੀ ਸੇਵਾ ਵਿੱਚ ਲੱਗ ਜਾ। ਤੇ ਸਤਿਗੁਰਾਂ ਦੇ ਪੀਰ ਦੀ ਇਹ ਬੇਨਤੀ ਸੁਣ ਕੇ ਮਹਾਰਾਜ ਪ੍ਰਸੰਨਤਾ ਵਿੱਚ ਆਏ। ਸਾਰਿਆਂ ਨੂੰ ਫੌਜ ਵਿੱਚ ਮਹਾਰਾਜ ਨੇ ਰੱਖ ਲਿਆ। ਤੇ ਗੁਰਮੁਖੋ ਜਦੋਂ ਜੰਗ ਹੋਇਆ ਨਾ ਭੰਗਾਣੀ ਦਾ, ਤੇ ਉਸ ਜੰਗ ਦੇ ਵਿੱਚ ਪੀਰ ਦੇ ਕਈ ਪੁੱਤਰ ਤੇ ਕਈ ਪਰਿਵਾਰ ਦੇ ਮੈਂਬਰ ਤੇ ਕਈ ਸੂਰਮੇ ਜਿਹੜੇ ਸਨ ਸ਼ਹੀਦੀ ਪ੍ਰਾਪਤ ਕਰ ਗਏ। ਜਦੋਂ ਇਹ ਸਾਰਾ ਕੌਤਕ ਵਰਤਿਆ, ਸ਼ਹੀਦੀਆਂ ਮਿਲ ਗਈਆਂ, ਤੇ ਉਸ ਵੇਲੇ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੈਠੇ ਹੋਏ ਆਪਣੇ ਪਲੰਘੇ ਦੇ ਉੱਪਰ, ਤੇ ਮਹਾਰਾਜ ਆਪਣੇ ਕੇਸਾਂ ਵਿੱਚ ਕੰਘਾ ਕਰਦੇ ਪਏ। ਤੇ ਪੀਰ ਬੁੱਧੂ ਸ਼ਾਹ ਨੇ ਆ ਕੇ ਦਿਦਾਰੇ ਕੀਤੇ ਮਹਾਰਾਜ ਜੀਆਂ ਦੇ, ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਤੇ ਸਤਿਗੁਰੂ ਕਹਿਣ ਲੱਗੇ, ਪੀਰ ਜੀ ਤੁਹਾਡੇ ਪਰਿਵਾਰ ਦੇ ਇੰਨੇ ਮੈਂਬਰ ਜਿਹੜੇ ਨੇ ਜੰਗ ਵਿੱਚ ਸ਼ਹੀਦੀ ਨੂੰ ਪ੍ਰਾਪਤ ਹੋ ਗਏ। ਤੇ ਪੀਰ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਮਹਾਰਾਜ ਉਹ ਵੀ ਦਾਤਾਂ ਆਪ ਜੀ ਦੀਆਂ ਸਨ, ਆਪ ਜੀ ਨੇ ਦਿੱਤੀਆਂ, ਆਪ ਜੀ ਨੇ ਲੈ ਲਈਆਂ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮਹਾਰਾਜ ਆਪ ਜੀ ਦੀ ਦਾਤ ਆਪ ਜੀ ਨੇ ਲੈ ਲਈ, ਚੰਗਾ ਹੋਇਆ ਲੇਖੇ ਲੱਗ ਗਿਆ, ਸਫਲੇ ਹੋ ਗਏ। ਤੇ ਜਦੋਂ ਇਹ ਬਚਨ ਆਖਿਆ ਪੀਰ ਜੀ ਨੇ, ਮਹਾਰਾਜ ਪਹਿਲਾਂ ਹੀ ਬੜੇ ਪ੍ਰਸੰਨ ਤੇ ਹੋਰ ਪ੍ਰਸੰਨਤਾ ਵਿੱਚ ਆ ਕੇ ਕਹਿਣ ਲੱਗੇ, ਪੀਰ ਜੀ ਮੰਗੋ ਫਿਰ ਕੀ ਚਾਹੀਦਾ, ਕਿਹੜਾ ਪਦਾਰਥ ਚਾਹੀਦਾ, ਕਿਹੜਾ ਸੁੱਖ ਚਾਹੀਦਾ, ਲੋਕ ਦਾ ਪਰਲੋਕ ਦਾ। ਦਾਤ ਮੰਗੋ, ਜਿਹੜੀ ਮੰਗੋਗੇ ਮਿਲ ਜਾਏਗੀ। ਜਦੋਂ ਇਹ ਬਚਨ ਦਸਵੇਂ ਪਾਤਸ਼ਾਹ ਮਹਾਰਾਜ ਦੇ ਮੁਖੋਂ ਬਖਸ਼ਿਸ਼ ਹੋਏ ਵੀ ਵਸਤੂ ਮੰਗੋ, ਤੁਹਾਡੀ ਸੇਵਾ ਤੋਂ, ਭਾਵਨਾ ਤੋਂ ਅਸੀਂ ਖੁਸ਼ ਹੋਏ ਹਾਂ, ਮਸ਼ੱਕਤ ਤੋਂ। ਤੇ ਉਸ ਵੇਲੇ ਪੀਰ ਬੁੱਧੂ ਸ਼ਾਹ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਮਹਾਰਾਜ ਜੇ ਆਪ ਜੀ ਦੇਣਾ ਹੀ ਚਾਹੁੰਦੇ ਹੋ, ਪ੍ਰਸੰਨ ਹੋਏ ਹੋ, ਤੇ ਫਿਰ ਇਹ ਕਿਰਪਾ ਕਰੋ ਵੀ ਇਹ ਜਿਹੜਾ ਕੰਘਾ ਆਪ ਜੀ ਦੇ ਕੇਸਾਂ ਦੇ ਵਿੱਚ ਹੈ ਨਾ, ਆਪ ਜੀ ਕੰਘਾ ਕਰਦੇ ਪਏ, ਕਿਰਪਾ ਕਰਕੇ ਮੇਰੀ ਝੋਲੀ ਵਿੱਚ ਇਹ ਕੇਸਾਂ ਦੇ ਸਮੇਤ ਕੰਘਾ ਪਾ ਦਿਓ। ਇਹਦੇ ਤੋਂ ਵੱਡੀ ਦਾਤ ਮੈਨੂੰ ਹੋਰ ਕੋਈ ਨਹੀਂ ਚਾਹੀਦੀ। ਤੇ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਉਹਦੀ ਸੇਵਾ ਤੋਂ ਪ੍ਰਸੰਨ ਹੁੰਦਿਆਂ ਹੋਇਆਂ ਮਹਾਰਾਜ ਨੇ ਉਹ ਕੰਘਾ ਕੇਸਾਂ ਸਮੇਤ ਹੀ ਬਖਸ਼ਿਸ਼ ਕਰ ਦਿੱਤਾ। ਇਹ ਹੈ ਜਿਨ੍ਹਾਂ ਨੇ ਸੇਵਾ ਲਈ ਹੈ ਨਾ, ਪ੍ਰਸੰਨਤਾ ਲਈ ਹੈ, ਕਿਰਪਾ ਲਈ ਹੈ, ਉਹਨਾਂ ਨੂੰ ਆਪਣੇ ਪਰਿਵਾਰ ਕੁਰਬਾਨ ਕਰਨੇ ਪਏ। ਗੁਰੂ ਦੀ ਸੇਵਾ ਕਰਕੇ ਗੁਰੂ ਦੀ ਪ੍ਰਸੰਨਤਾ ਲਈਏ, ਦਾਤ ਲੈਣ ਵਾਸਤੇ। ਗੁਰੂ ਖੁਸ਼ ਹੋ ਜਾਵੇ, ਪਰਮਾਤਮਾ ਦਾ ਸਿਮਰਨ ਸਾਡੇ ਕੋਲੋਂ ਆਪਣੇ ਆਪ ਹੀ ਉਹ ਕਰਵਾ ਲਵੇਗਾ। ਪਰ ਗੁਰੂ ਕਿਹਾ, ਸਿੱਖਾ ਤੈਨੂੰ ਤੇ ਕੇਵਲ ਅਰਦਾਸ ਕਰਨ ਦੀ ਬੇਨਤੀ ਹੈ, ਤੂੰ ਅਰਦਾਸ ਹੀ ਕਰਿਆ ਕਰ ਆ ਕੇ, ਮਹਾਰਾਜ ਮੈਂ ਭਾਵੇਂ ਇਸ ਤਰ੍ਹਾਂ ਦੀ ਸੇਵਾ ਵੱਡੀ ਮੇਰੇ ਕੋਲੋਂ ਨਹੀਂ ਹੋ ਸਕਦੀ ਜਾਂ ਮੈਂ ਇੰਨਾ ਸਮਰੱਥ ਨਹੀਂ, ਪਰ ਮੈਂ ਵੀ ਤੇਰੇ ਦਰ ਦਾ ਮੰਗਤਾ ਹਾਂ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਤੁਸੀਂ ਉਹ ਦਾਤੇ, ਮੈਂ ਆ ਭਿਖਾਰੀ, ਮੈਂ ਅਡਲੀ ਹੈ ਝੋਲੀ, ਮੇਰੇ ਤੇ ਕਰੋ ਕਿਰਪਾ, ਨਾਮ ਦੀ ਖੈਰ ਪਾ ਦਿਓ। ਐਸੀ ਖੁਸ਼ੀ ਪ੍ਰਸੰਨਤਾ ਮੇਰੇ ਤੇ ਕਰੋ ਜਿਵੇਂ ਆਪ ਜੀ ਨੇ ਪੀਰ ਬੁੱਧੂ ਸ਼ਾਹ ਦੇ ਉੱਪਰ ਕੀਤੀ ਹੈ। ਤੇ ਸਤਿਗੁਰੂ ਖੁਸ਼ ਹੋ ਕੇ ਤਰੁੱਠ ਕੇ ਫਿਰ ਤੈਨੂੰ ਇਹ ਬਖਸ਼ਿਸ਼ ਕਰ ਦੇਣਗੇ, ਤੇ ਨਾਮ ਤੇਰੇ ਅੰਦਰ ਆਪਣੇ ਆਪ ਹੀ ਚੱਲੇਗਾ, ਤੇਰਾ ਸਰੀਰ ਵੀ ਜਪੇਗਾ, ਤੈਨੂੰ ਮਹਾਰਾਜ ਉਦਮ ਹੀ ਬਖਸ਼ਿਸ਼ ਕਰ ਦੇਣਗੇ, ਸਾਰੀਆਂ ਕਿਰਪਾਵਾਂ ਪ੍ਰਾਪਤ ਹੋ ਜਾਣਗੀਆਂ। ਪਰ ਹੋਣਗੀਆਂ ਜਦੋਂ ਗੁਰੂ ਚਰਨਾਂ ਵਿੱਚ ਜੋਦੜੀ ਕਰੇਗਾ, ਅਰਦਾਸ ਕਰੇਗਾ, ਤਰਲਾ ਕਰੇਗਾ। ਮਹਾਰਾਜ ਕਹਿਣ ਲੱਗੇ, ਭਾਈ ਇਹ ਨਾਮ ਤੇ ਤਾਂ ਸਿਮਰਿਆ ਜਾਂਦਾ ਜੇ ਗੁਰੂ ਕਿਰਪਾ ਕਰੇ। ਤੇ ਗੁਰੂ ਦੀ ਕਿਰਪਾ ਲੈਣ ਵਾਸਤੇ ਤੈਨੂੰ ਗੁਰੂ ਅੱਗੇ ਅਰਦਾਸ ਕਰਨੀ ਪਵੇਗੀ। ਜੋਦੜੀ ਕਰੇਗਾ ਤੇ ਦਾਤਾਂ ਮਿਲ ਜਾਣਗੀਆਂ। ਨਦਰ ਕਰੇ, ਨਦਰ ਤੋਂ ਭਾਵ ਮਿਹਰ ਕਰੇ, ਤਾਂ ਸਿਮਰਿਆ ਜਾਏ, ਤਾਂ ਪ੍ਰਮਾਤਮਾ ਦਾ ਸਿਮਰਨ ਹੁੰਦਾ। ਤੇ ਗੁਰੂ ਦੀ ਮਿਹਰ ਲੈਣ ਵਾਸਤੇ ਫਿਰ ਮਸ਼ੱਕਤ ਕਰਨੀ ਪੈਂਦੀ, ਸੇਵਾ ਕਰਨੀ ਪੈਂਦੀ ਹੈ, ਤੇ ਉਹ ਦਾਤਾਂ ਮਿਲ ਜਾਂਦੀਆਂ ਹਨ। ਆਤਮਾ ਦਰਵ ਰਹਿ ਲਿਵ ਲਾਏ। ਆਤਮਾ ਜਿਹੜਾ ਤੇਰਾ ਮਨ ਹੈ, ਇਹਨੂੰ ਦਰਵੇ
ਆਤਮਾ ਨੂੰ, ਆਪਣੇ ਮਨ ਨੂੰ ਢਾਲ ਕੇ ਨਾ ਸੰਸਾਰ ਵੱਲੋਂ ਤੇ ਪਰਮਾਤਮਾ ਦੇ ਵੱਲ ਜੋੜੇ। ਇਹ ਮਨ ਸਾਡਾ ਆਕੜਿਆ ਰਹਿੰਦਾ ਨਾ ਹਰ ਵੇਲੇ ਹੰਕਾਰ ਦਾ ਭਰਿਆ ਹੋਇਆ ਮਨ ਸਿੱਧਾ ਹੀ ਰਹਿੰਦਾ, ਪਰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਇਹਨੂੰ ਸੰਸਾਰ ਵੱਲੋਂ ਢਾਲ ਲਵੇ, ਮੋੜ ਲਵੇ, ਆਕੜ ਹਉਮੈ ਵੱਲੋਂ ਤੋੜ ਲਵੇ, ਨਿਮਰਤਾ ਦੇ ਵਿੱਚ ਇਸ ਨੂੰ ਲਿਆ ਕੇ ਤੇ ਗੁਰੂ ਚਰਨਾਂ ਦੇ ਨਾਲ ਜੋੜੇ। ਮਹਾਰਾਜ ਕਹਿਣ ਲੱਗੇ ਆਤਮਾ ਦਰਵੈ, ਆਤਮਾ ਮਨ ਦਰਵੈ ਤੋਂ ਭਾਵ ਢਾਲ ਲਵੇ ਆਪਣੇ ਮਨ ਨੂੰ, ਗੁਰੂ ਕਿਰਪਾ ਨਾਲ ਇੱਥੇ ਆ ਕੇ ਹਉਮੈ ਨਾ ਕਰੇ, ਹੰਕਾਰ ਦੇ ਵਸੀਕਾਰ ਨਾ ਹੋਵੇ, ਗੁਰੂ ਦੀ ਬਖਸ਼ਿਸ਼ ਲੈ ਕੇ ਨਿਮਰਤਾ ਵਾਲਾ ਬਣ ਜਾਵੇ। ਤੇ ਨਿਮਰਤਾ ਵੀ ਐਸੀ ਆ ਜਾਵੇ, ਮੇਰੀ ਖੱਲੋ ਮੌਜੜੇ ਗੁਰਸਿੱਖ ਹੰਢਾਂਦੇ, ਭਾਈ ਗੁਰਦਾਸ ਜੀ ਨੇ ਲਿਖਿਆ, ਐਸੀ ਨਿਮਰਤਾ ਵਾਲਾ ਬਣ ਜਾਵੇ। ਮਹਾਰਾਜ ਕਹਿਣ ਲੱਗੇ ਜਦੋਂ ਐਸੀ ਨਿਮਰਤਾ ਪ੍ਰਾਪਤ ਹੋਵੇਗੀ, ਰਹਿ ਲਿਵ ਲਾਏ, ਫਿਰ ਧਿਆਨ ਲਾ ਕੇ, ਧਿਆਨ ਜੋੜ ਕੇ ਗੁਰੂ ਸਿਮਰਨ ਵਿੱਚ, ਗੁਰੂ ਬਖਸ਼ਿਸ਼ ਵਿੱਚ ਬੈਠਣਾ ਕਰੇ। ਐਸੀ ਬੇਨਤੀ ਜਦੋਂ ਹੁੰਦੀ ਹੈ, ਆਤਮਾ ਪ੍ਰਾਤਮਾ ਏਕੋ ਕਰੈ। ਇਹ ਜਿਹੜਾ ਜੀਵ ਹੈ ਨਾ, ਇਹ ਜੀਵ ਆਤਮਾ ਆਪਣੀ ਆਤਮਾ ਨੂੰ ਪਰਮਾਤਮਾ ਦੀ ਜੋਤ ਦੇ ਨਾਲ ਇਨ ਭਿੰਨ ਇੱਕੋ ਜਿਹਾ ਹੀ ਕਰ ਲਵੇ, ਮਿਲਾ ਦੇਵੇ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆਰਾ। ਮਹਾਰਾਜ ਦੇ ਇਹ ਵਿਖਿਆਨ ਨੇ ਗੁਰਬਾਣੀ ਦੇ ਵਿੱਚ। ਆਪਣੀ ਆਤਮਾ ਨੂੰ ਇੰਨਾ ਸ਼ੁੱਧ ਕਰ ਲਵੇ ਨਾਮ ਜਪ ਕੇ ਕਿ ਤੇਰੀ ਆਤਮਾ ਜਿਹੜੀ ਉਹ ਪਰਮਾਤਮਾ ਦਾ ਰੂਪ ਹੋ ਜਾਵੇ। ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਲੀ ਅਵਸਥਾ ਤੈਨੂੰ ਮਿਲ ਜਾਵੇ, ਪਰ ਉਹ ਅਵਸਥਾ ਤਾਂ ਮਿਲੇਗੀ ਜੇ ਕਮਾਈ ਕਰੇਗਾ। ਆਤਮਾ ਪ੍ਰਾਤਮਾ ਆਪਣੀ ਆਤਮਾ ਨੂੰ ਤੇ ਪਰਮਾਤਮਾ ਨੂੰ ਇੱਕੋ ਕਰੇ, ਇੱਕ ਮਿਕ ਕਰ ਲਵੇ, ਇੱਕ ਦੂਜੇ ਨਾਲ ਮਿਲਾ ਦੇਵੇ, ਇੱਕ ਦੂਜੇ ਵਿੱਚ ਮੇਲ ਦੇਵੇ। ਐਸੀ ਬਖਸ਼ਿਸ਼ ਜਿਹੜੀ ਹੈ ਉਹ ਗੁਰੂ ਕਿਰਪਾ ਦੇ ਨਾਲ ਆਪਣੀ ਆਤਮਾ ਨੂੰ ਪਾਪਾਂ ਤੋਂ ਮੁਕਤ ਕਰਕੇ ਗੁਰੂ ਰੂਪ ਬਣਾ ਲਵੇ। ਜਿਵੇਂ ਸਤਿਗੁਰੂ ਪਾਤਸ਼ਾਹ ਜੀਆਂ ਦੇ ਮਹਾਨ ਬਚਨ ਨੇ ਨਾ ਗੁਰਬਾਣੀ ਦੇ ਅੰਦਰ। ਬਾਬਾ ਬੁੱਢਾ ਸਾਹਿਬ ਜੀਆਂ ਨੂੰ ਮਹਾਰਾਜ ਨੇ ਆਖਿਆ, ਕਹਿਣ ਲੱਗੇ ਤੁਹਾਡੇ ਤੋਂ ਬਾਬਾ ਬੁੱਢਾ ਸਾਹਿਬ ਜੀ ਕਦੇ ਓਹਲੇ ਨਹੀਂ ਹੋਵਾਂਗੇ। ਭਾਈ ਬਾਲਾ ਜੀ ਨੂੰ ਬਚਨ ਸਨ ਵੀ ਤੁਹਾਡੇ ਤੋਂ ਕਦੇ ਓਹਲੇ ਨਹੀਂ ਹੋਵਾਂਗੇ। ਉਹ ਗੁਰਸਿੱਖ ਨੇ, ਗੁਰੂ ਕੇ ਪਿਆਰੇ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਗੁਰੂ ਦੇ ਨਾਲ ਜੋੜ ਲਿਆ ਹੈ। ਐਸੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪ੍ਰਾਪਤੀਆਂ ਹੁੰਦੀਆਂ ਹਨ। ਅੰਤਰ ਕੀ ਦੁਬਿਧਾ ਅੰਤਰ ਮਰੈ। ਇਹ ਜਿਹੜੀ ਦੁਬਿਧਾ ਹੈ ਨਾ ਤੇਰੇ ਅੰਦਰ, ਦ્વੈਤ ਭਾਵ, ਈਰਖਾ, ਦੋ ਦੋ ਰਾਹ, ਚਾਰ ਚਾਰ ਰਾਹ, ਕਈ ਤਰ੍ਹਾਂ ਦੇ ਫੁਰਨੇ, ਇਹਨਾਂ ਨੂੰ ਅੰਦਰ ਹੀ ਮਾਰ ਦੇਵੇ, ਬਾਹਰ ਪ੍ਰਗਟ ਹੀ ਨਾ ਹੋਣ ਦੇਵੇ। ਅੰਤਰ ਕੀ ਦੁਬਿਧਾ, ਜਿਹੜੀ ਤੇਰੀ ਅੰਦਰ ਦੁਬਿਧਾ ਪਈ ਹੈ ਨਾ, ਦ્વੈਸ਼, ਈਰਖਾ, ਗੁਰੂ ਸ਼ਬਦ ਦੇ ਨਾਲ ਅੰਦਰ ਹੀ ਮਾਰ ਦੇਵੇ, ਖਤਮ ਕਰ ਦੇਵੇ, ਬਾਹਰ ਆਉਣ ਹੀ ਨਾ ਦੇਵੇ। ਐਸੀ ਬਖਸ਼ਿਸ਼ ਗੁਰੂ ਕੋਲੋਂ ਪ੍ਰਾਪਤ ਕਰਨਾ ਕਰੇ। ਗੁਰ ਪ੍ਰਸਾਦੀ ਪਾਇਆ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਭਾਈ ਗੁਰ ਪ੍ਰਸਾਦੀ, ਗੁਰੂ ਬਖਸ਼ਿਸ਼ ਨਾਲ ਪਾਇਆ ਜਾਂਦਾ। ਜਿੰਨਾ ਚਿਰ ਗੁਰੂ ਪ੍ਰਸੰਨ ਨਹੀਂ ਉਹਨਾਂ ਚਿਰ ਪਰਮਾਤਮਾ ਨਹੀਂ ਮਿਲੇਗਾ। ਤੈਨੂੰ ਗੁਰੂ ਤੇ ਪੂਰਨ ਭਰੋਸਾ ਰੱਖਣਾ ਪਵੇਗਾ, ਪੂਰਨ ਵਿਸ਼ਵਾਸ ਰੱਖਣਾ ਪਵੇਗਾ, ਤਾਂ ਤੈਨੂੰ ਪ੍ਰਾਪਤੀ ਹੈ। ਜੇ ਵਿਸ਼ਵਾਸ ਹੋਵੇਗਾ ਪ੍ਰਾਪਤੀ ਤਾਂ ਹੋਵੇਗੀ। ਜਿੰਨਾ ਚਿਰ ਵਿਸ਼ਵਾਸ ਨਹੀਂ, ਪ੍ਰਾਪਤੀ ਕਿਵੇਂ ਹੋਵੇ? ਭਰੋਸਾ ਵੱਧ ਜਾਵੇ। ਕਹਿਣ ਲੱਗੇ ਇੱਕ ਚੋਰ ਠੱਗ ਜਿਹੜਾ ਨਾ ਜੰਗਲ ਵਿੱਚ ਤੁਰਿਆ ਜਾਂਦਾ, ਤੇ ਕਿਸੇ ਵਿਅਕਤੀ ਨੂੰ ਠੱਗਣ ਵਾਸਤੇ ਕਹਿਣ ਲੱਗਾ ਵੀ ਮੈਂ ਬਹੁਤ ਵੱਡਾ ਸਾਧੂ ਹਾਂ, ਮੈਂ ਬਹੁਤ ਵੱਡਾ ਜਿਹੜਾ ਗੁਰੂ ਹਾਂ, ਮੈਂ ਉਪਦੇਸ਼ ਦਿੰਦਾ, ਜਿਹਨੂੰ ਮੈਂ ਉਪਦੇਸ਼ ਦੇਵਾਂ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ। ਵਿਅਕਤੀ ਦੇ ਮਨ ਵਿੱਚ ਸ਼ਰਧਾ ਆ ਗਈ ਵੀ ਇਹ ਐਸਾ ਪਰਮਾਤਮਾ ਤੱਕ ਪਹੁੰਚਿਆ ਹੋਇਆ, ਗੁਰੂ ਧਾਰਨ ਕਰ ਲਿਆ। ਕਹਿਣ ਲੱਗਾ ਵੀ ਮੈਨੂੰ ਆਪਣਾ ਚੇਲਾ ਬਣਾਓ, ਮੇਰੇ ਗੁਰੂ ਬਣ ਜਾਓ, ਮੈਨੂੰ ਉਪਦੇਸ਼ ਦਿਓ ਤਾਂ ਕਿ ਮੇਰਾ ਭਲਾ ਹੋ ਜਾਵੇ। ਹੁਣ ਇਹ ਠੱਗ ਹੈ, ਠੱਗ ਦੀ ਬਿਰਤੀ ਹੈ, ਠੱਗਣ ਵਾਲੀ। ਕਹਿਣ ਲੱਗਾ ਉਪਦੇਸ਼ ਤੇ ਤਾਂ ਦੇਵਾਂਗਾ, ਤੈਨੂੰ ਇੰਨਾ ਧਨ ਮੈਨੂੰ ਭੇਟ ਕਰਨਾ ਪਵੇਗਾ, ਜੋ ਤੇਰੇ ਕੋਲ ਹੀਰੇ ਮੋਤੀ ਹਨ ਨਾ, ਜੋ ਵੀ ਧਨ ਹੈ ਮੈਨੂੰ ਦੇ ਦੇ, ਫਿਰ ਉਪਦੇਸ਼ ਦੇਵਾਂਗਾ। ਹੁਣ ਉਹ ਬੰਦਾ ਸ਼ਰਧਾ ਵਾਲਾ ਹੈ, ਉਹਨੇ ਇਹਦੇ ਤੇ ਭਰੋਸਾ ਕਰ ਲਿਆ ਵੀ ਗੁਰੂ ਹੈ, ਮੰਗਦਾ ਪਿਆ ਦੇ ਦੇਵਾਂ। ਜੋ ਕੁਝ ਸੀ ਕੋਲ ਦੇ ਦਿੱਤਾ, ਸਾਰਾ ਕੁਝ ਦੇ ਕੇ ਆਖਿਆ ਵੀ ਦੱਸ ਹੁਣ ਮੈਂ ਕੀ ਕਰਾਂ, ਮੈਨੂੰ ਕੋਈ ਉਪਦੇਸ਼ ਦਿਓ। ਤੇ ਠੱਗ ਨੇ ਉਪਦੇਸ਼ ਇਹ ਦਿੱਤਾ, ਕਹਿਣ ਲੱਗਾ ਵੀ ਇੱਥੇ ਬੈਠਾ ਰਹਿ, ਜਿੰਨਾ ਚਿਰ ਮੈਂ ਨਹੀਂ ਆਵਾਂ ਤੂੰ ਉਹਨਾਂ 'ਚ ਰੋਟੀ ਪਾਣੀ ਪ੍ਰਸ਼ਾਦਾ ਕੋਈ ਛਕਣਾ ਨਹੀਂ ਹੈ।
ਇੱਥੇ ਬੈਠ ਕੇ ਰਾਮ ਰਾਮ ਕਰਦੇ ਰਹਿਣਾ। ਮੈਂ ਆਵਾਂਗਾ ਤੇ ਫਿਰ ਤੂੰ ਉੱਠਣਾ ਹੈ। ਮੇਰੇ ਕਹਿਣ ਤੋਂ ਬਿਨਾਂ ਤੂੰ ਕਿਸੇ ਦੀ ਗੱਲ ਨਹੀਂ ਸੁਣਨੀ ਹੈ। ਤੈਨੂੰ ਮਾਇਆ ਆ ਜਾਵੇਗੀ, ਪਦਾਰਥ ਆ ਜਾਣਗੇ, ਤੈਨੂੰ ਭੜਕਾ ਦੇਣਗੇ, ਤੇਰੀ ਪਰਖ ਹੋਣੀ ਹੈ, ਪਰ ਤੂੰ ਡੁੱਲਣਾ ਨਹੀਂ, ਬੈਠੇ ਰਹਿਣਾ ਹੈ। ਹੁਣ ਠੱਗ ਵਿਅਕਤੀ ਦੇ ਕਹਿ ਕੇ ਧਨ ਠੱਗ ਕੇ ਚਲਾ ਗਿਆ। ਉਹ ਜਿਹੜਾ ਵਿਚਾਰਾ ਨਵਾਂ ਚੇਲਾ ਬਣਿਆ, ਸੇਵਕ ਬਣਿਆ, ਬੈਠ ਗਿਆ ਜੰਗਲ ਦੇ ਵਿੱਚ, ਜਿਹੜਾ ਉਪਦੇਸ਼ ਦਿੱਤਾ ਜਪਣ ਲੱਗ ਪਿਆ। ਜਪਦਿਆਂ ਦਿਨ ਲੰਘ ਗਿਆ। ਠੱਗ ਨੇ ਮੁੜਨਾ ਨਹੀਂ ਹੈ, ਭੱਜ ਗਿਆ, ਬੈਠਾ ਰਿਹਾ। ਰਾਤ ਲੰਘ ਗਈ ਹੈ, ਭੁੱਖਾ ਪਿਆਸਾ, ਨਾ ਪਾਣੀ, ਪਰ ਮਨ ਵਿੱਚ ਭਾਵਨਾ ਬੜੀ ਹੈ ਵੀ ਮੈਂ ਗੁਰੂ ਬਣਾਇਆ ਤੇ ਗੁਰੂ ਦੇ ਦੱਸੇ ਉਪਦੇਸ਼ ਤੇ ਚੱਲਦਾ ਪਿਆ ਤੇ ਮੈਨੂੰ ਪ੍ਰਾਪਤੀ ਜ਼ਰੂਰ ਹੋ ਜਾਵੇ। ਜਦੋਂ ਇਸ ਤਰ੍ਹਾਂ ਸਮਾਂ ਲੰਘ ਗਿਆ ਤੇ ਹਾਲਤ ਜਿਹੜੀ ਵਿਗੜਦੀ ਜਾਂਦੀ ਹੈ, ਭੁੱਖਾ ਤੇ ਪਿਆਸਾ ਰਹਿ ਕੇ, ਪਰ ਭਾਵਨਾ ਪੂਰੀ ਹੈ ਵੀ ਪ੍ਰਾਪਤੀ ਜ਼ਰੂਰ ਹੋਵੇ। ਉਹਦੀ ਐਸੀ ਭਾਵਨਾ ਵੇਖ ਕੇ ਕਹਿਣ ਲੱਗੇ, ਭਗਵਾਨ ਜੀ ਪ੍ਰਗਟ ਹੋ ਗਿਆ। ਕਹਿਣ ਲੱਗੇ, ਮੰਗ ਕੀ ਚਾਹੀਦਾ, ਤੇਰੀ ਭਾਵਨਾ ਤੇ ਖੁਸ਼ ਹੋਏ ਆ, ਤੂੰ ਇੰਨਾ ਮਨ ਟਿਕਾ ਕੇ ਇੰਨੇ ਭਰੋਸੇ ਨਾਲ ਸਾਨੂੰ ਸਿਮਰਿਆ। ਜਦੋਂ ਪ੍ਰਗਟ ਹੋਏ ਤੇ ਉਹ ਵਿਅਕਤੀ ਕਹਿਣ ਲੱਗਾ, ਕਹਿੰਦਾ ਨਹੀਂ ਉਹਨਾਂ ਚਿਰ ਕੁਝ ਨਹੀਂ ਮੰਗਾਂਗਾ, ਉਹਨਾਂ ਚਿਰ ਮੈਂ ਆਪਣੇ ਥਾਂ ਤੋਂ ਉੱਠਾਂਗਾ ਨਹੀਂ ਜਿੰਨਾ ਚਿਰ ਮੇਰਾ ਗੁਰੂ ਨਹੀਂ ਆਵੇਗਾ। ਮੇਰੇ ਗੁਰੂ ਨੇ ਕਿਹਾ ਵੀ ਤੂੰ ਉੱਠਣਾ ਨਹੀਂ ਉਹਨਾਂ ਚਿਰ ਜਿੰਨਾ ਚਿਰ ਮੈਂ ਨਹੀਂ ਆਉਂਦਾ। ਤੈਨੂੰ ਛਲਿਆ ਜਾ ਸਕਦਾ, ਠੱਗਿਆ ਜਾ ਸਕਦਾ, ਪਰਮੇਸ਼ਰ ਦੀ ਮਾਇਆ ਵਰਤ ਸਕਦੀ, ਹੋ ਸਕਦਾ ਤੁਸੀਂ ਮਾਇਆ ਦਾ ਹੀ ਕੋਈ ਰੂਪ ਹੋਵੋ। ਭਗਵਾਨ ਜੀ ਨੇ ਬਥੇਰਾ ਸਮਝਾਇਆ। ਕਹਿਣ ਲੱਗੇ ਵੀ ਮੈਂ ਉਹ ਹਾਂ ਜਿਹਨੂੰ ਤੂੰ ਸਿਮਰਦਾ ਪਿਆ, ਜਿਹਦੀ ਤੂੰ ਗੱਲ ਕਰਦਾ ਪਿਆ, ਉਹ ਠੱਗ ਹੈ, ਤੈਨੂੰ ਠੱਗ ਕੇ ਚਲਾ ਗਿਆ। ਮੈਂ ਤੈਨੂੰ ਬਖਸ਼ਿਸ਼ ਦੇਣ ਵਾਸਤੇ ਆਇਆ। ਪਰ ਉਹਦੇ ਮਨ ਦੀ ਭਾਵਨਾ ਹੀ ਇੰਨੀ। ਕਹਿਣ ਲੱਗਾ, ਨਹੀਂ, ਭਾਵੇਂ ਉਹ ਠੱਗ ਹੈ, ਭਾਵੇਂ ਉਹ ਚੋਰ ਹੈ, ਭਾਵੇਂ ਕੋਈ ਵੀ ਹੈ, ਮੈਂ ਤੇ ਉਹਨੂੰ ਆਪਣਾ ਗੁਰੂ ਮੰਨਿਆ ਹੈ, ਉਹਦੇ ਤੋਂ ਬਿਨਾਂ ਮੈਂ ਕੁਝ ਨਹੀਂ ਮੰਗਾਂਗਾ। ਤੇ ਕਹਿਣ ਲੱਗੇ ਫਿਰ ਭਗਵਾਨ ਜੀ ਨੂੰ ਉਹ ਠੱਗ ਦੇ ਕੋਲ ਜਾਣਾ ਪਿਆ। ਕਹਿਣ ਲੱਗੇ, ਉਹ ਠੱਗਾ ਤੂੰ ਤੇ ਹੈ ਠੱਗ, ਪਰ ਤੇਰੇ ਤੇ ਭਰੋਸਾ ਕਰਕੇ ਤੈਨੂੰ ਕੋਈ ਗੁਰੂ ਬਣਾ ਕੇ ਬੈਠ ਗਿਆ। ਉਹ ਹੁਣ ਤੇਰੇ ਬਿਨਾਂ ਕਿਸੇ ਦੀ ਗੱਲ ਕੋਈ ਨਹੀਂ ਸੁਣਦਾ। ਤੇ ਜਾ ਕੇ ਉਸ ਨੂੰ ਸਮਝਾ ਵੀ ਤੈਨੂੰ ਪ੍ਰਾਪਤੀ ਹੋ ਗਈ ਹੈ। ਜਿੰਨਾ ਤੂੰ ਸਿਮਰਨ ਕੀਤਾ, ਜਿੰਨੀ ਕਮਾਈ ਕੀਤੀ ਹੈ, ਜਿੰਨੀ ਭਾਵਨਾ ਰੱਖੀ ਹੈ, ਉਹ ਤੈਨੂੰ ਪ੍ਰਾਪਤੀਆਂ ਹੋ ਗਈਆਂ। ਤੇ ਫਿਰ ਉਹਦੇ ਕੋਲ ਆ ਕੇ ਉਸਨੇ ਠੱਗ ਨੇ ਫਿਰ ਸਾਰੀ ਆਪਣੀ ਵਿਥਿਆ ਸੁਣਾਈ ਤੇ ਸਮਝਾਇਆ। ਕਹਿਣ ਲੱਗੇ, ਤੇਰੇ ਨਾਲੋਂ ਤੇ ਇੱਕ ਸੰਸਾਰੀ ਵਿਅਕਤੀ ਚੰਗਾ ਹੈ, ਜਿਹਨੇ ਤੁਰੇ ਜਾਂਦੇ ਕਿਸੇ ਵਿਅਕਤੀ ਦੇ ਕੋਲੋਂ ਉਪਦੇਸ਼ ਲੈ ਲਿਆ, ਪਰ ਉਹਦੇ ਤੋਂ ਬਿਨਾਂ ਕਿਸੇ ਦੂਜੇ ਦੀ ਗੱਲ ਨਹੀਂ ਸੁਣੀ। ਗੁਰੂ ਧਾਰਨ ਕਰਕੇ ਉਹਦੇ ਕਹਿ ਮੁਤਾਬਕ ਉਸਨੇ ਸਾਰੀ ਕਮਾਈ ਕਰ ਲਈ। ਤੈਨੂੰ ਤੇ ਪੂਰਾ ਗੁਰੂ ਮਿਲਿਆ। ਜਿਸ ਗੁਰੂ ਨੇ ਤੈਨੂੰ ਬਾਣੀ ਦਾ ਖਜ਼ਾਨਾ ਬਖਸ਼ਿਸ਼ ਕੀਤਾ, ਫਿਰ ਵੀ ਗੁਰੂ ਤੇ ਭਰੋਸਾ ਨਹੀਂ ਰੱਖੇਗਾ, ਗੁਰੂ ਦੇ ਕਹੇ ਹੋਏ ਮਾਰਗ ਤੇ ਚੱਲੇਗਾ ਨਹੀਂ, ਪ੍ਰਾਪਤੀ ਕਿਵੇਂ ਹੋ ਜਾਵੇ। ਧੰਨ ਪਾਤਸ਼ਾਹ ਕਹਿਣ ਲੱਗੇ ਭਾਈ ਗੁਰਪ੍ਰਸਾਦੀ ਪਾਇਆ ਜਾਏ। ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਫਿਰ ਪਰਮਾਤਮਾ ਪਾਇਆ ਜਾਂਦਾ ਹੈ। ਹਰ ਸਿਉ ਚਿਤ ਲਾਗਾ ਫਿਰ ਕਾਲ ਨਾ ਖਾਏ। ਜਿਨ੍ਹਾਂ ਦਾ ਚਿੱਤ ਗੁਰੂ ਦੇ ਨਾਲ ਲੱਗ ਗਿਆ ਨਾ, ਮਨ ਜੁੜ ਗਿਆ, ਫਿਰ ਉਹਨਾਂ ਨੂੰ ਕਾਲ ਨਹੀਂ ਖਾਂਦਾ, ਉਹਨਾਂ ਨੂੰ ਜਮ ਖਾਂਦਾ ਨਹੀਂ, ਜਮ ਆ ਕੇ ਲੈ ਕੇ ਨਹੀਂ ਜਾਂਦਾ। ਸਤਿਗੁਰੂ ਪਾਤਸ਼ਾਹ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ, ਬਖਸ਼ਿਸ਼ ਕਰਦੇ, ਕਹਿਣ ਲੱਗੇ, ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਰਾਰੀ ਰੇ। ਜੇਲ੍ਹ ਦੇ ਵਿੱਚ ਗੁਰਮੁਖੋ ਮੰਤਰੀ ਵੀ ਜਾਂਦਾ ਹੈ, ਜੇਲ੍ਹ ਦੇ ਵਿੱਚ ਅਫਸਰ ਵੀ ਜਾਂਦਾ ਹੈ, ਤੇ ਜੇਲ੍ਹ ਦੇ ਵਿੱਚ ਕੈਦੀ ਵੀ ਜਾਂਦਾ ਹੈ। ਜਾਂਦੇ ਤੇ ਦੋਨੇ ਹੀ ਨੇ, ਪਰ ਦੋਨਾਂ ਦੇ ਜਾਣ ਦਾ ਫਰਕ ਹੈ। ਕੈਦੀ ਜਾਵੇਗਾ ਜੇਲ੍ਹ ਦੇ ਵਿੱਚ, ਉਹਨੂੰ ਬੰਨ੍ਹ ਕੇ ਲਿਜਾਇਆ ਜਾਂਦਾ, ਉਹਨੂੰ ਮਾਰ ਕੁੱਟ ਕੇ ਲਿਜਾਇਆ ਜਾਂਦਾ, ਉਹਨੂੰ ਕਾਲ ਕੋਠੜੀ ਵਿੱਚ ਸੁੱਟਿਆ ਜਾਂਦਾ। ਗੰਦਾ ਮੰਦਾ ਪਾਣੀ, ਗੰਦੇ ਮੰਦੇ ਪਦਾਰਥ ਖਾਣ ਵਾਸਤੇ ਮਿਲ ਗਿਆ, ਭਾਵੇਂ ਨਾ ਮਿਲ ਗਿਆ, ਕੋਈ ਨਹੀਂ ਪੁੱਛਦਾ। ਪਰ ਜੇ ਉਸੇ ਜੇਲ੍ਹ ਵਿੱਚ ਮੰਤਰੀ ਚਲਾ ਜਾਵੇ, ਕੋਈ ਅਫਸਰ ਚਲਾ ਜਾਵੇ, ਉਹਨੂੰ ਸਲਾਮਾਂ ਹੁੰਦੀਆਂ, ਉਹਨੂੰ ਸਤਿਕਾਰ ਕੀਤਾ ਜਾਂਦਾ, ਉਹਦੇ ਗਲਾਂ ਵਿੱਚ ਫੁੱਲਾਂ ਦੀਆਂ ਮਾਲਾ ਪਾਈਆਂ ਜਾਂਦੀਆਂ, ਉਹਦੀ ਜੈ ਜੈਕਾਰ ਹੁੰਦੀ ਹੈ। ਹੁਣ ਜੇਲ੍ਹ ਤੇ ਇੱਕੋ ਹੀ ਹੈ, ਪਰ ਜਾਣ ਦਾ ਫਰਕ ਹੈ। ਇੱਕ ਮੰਤਰੀ ਹੈ, ਉਹ ਸਤਿਕਾਰ ਦੇ ਨਾਲ ਗਿਆ, ਅਫਸਰ ਸਤਿਕਾਰ ਦੇ ਨਾਲ ਗਿਆ ਹੈ, ਤੇ ਕੈਦੀ ਨੂੰ ਮਾਰ ਕੁੱਟ ਕੇ ਖੜਿਆ ਗਿਆ। ਮਹਾਰਾਜ ਕਹਿਣ ਲੱਗੇ, ਭਾਈ ਇਸੇ ਤਰ੍ਹਾਂ ਜਦੋਂ ਸੰਸਾਰ ਤੋਂ ਵਿਅਕਤੀ ਜਾਂਦਾ ਹੈ ਨਾ, ਜਿਹੜੇ ਕਾਮੀ ਨੇ, ਕ੍ਰੋਧੀ ਨੇ, ਪਾਪੀ ਨੇ, ਜਿਨ੍ਹਾਂ ਨੇ ਪਾਪ ਕੀਤੇ, ਉਹਨਾਂ ਨੂੰ ਤੇ ਫਿਰ ਮਾਰ ਕੁੱਟ ਕੇ ਜਮ ਲੈ ਕੇ ਜਾਂਦੇ, ਕਿਉਂਕਿ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਿਲਣੀ ਹੈ। ਤੇ ਜਦੋਂ ਰੱਬ ਦਾ ਪਿਆਰਾ ਕੋਈ ਸਰੀਰ ਛੱਡਦਾ, ਬੰਦਗੀ ਵਾਲਾ, ਉਹਨੂੰ ਫਿਰ ਮਾਣ ਸਨਮਾਨ ਦੇ ਨਾਲ ਲਿਜਾਇਆ ਜਾਂਦਾ, ਸਤਿਕਾਰ ਦੇ ਨਾਲ ਲਿਜਾਇਆ ਜਾਂਦਾ। ਹਰ ਕੇ ਸੇਵਕ ਜੋ ਹਰ ਭਾਏ। ਪਰਮਾਤਮਾ ਦੇ ਸੇਵਕ ਜਿਹੜੇ ਪਰਮਾਤਮਾ ਨੂੰ ਭਾਗ ਹੈ, ਤਿੰਨ ਕੀ ਕਥਾ ਨਰਾਰੀ ਦੇ, ਉਹਨਾਂ ਦੀ ਕਥਾ ਕਹਾਣੀ ਜੀਵਨ ਵੱਖਰਾ ਹੀ ਹੈ ਦੁਨੀਆ ਨਾਲ।
ਆਵੇ ਨਾ ਜਾਵੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਆਉਣਾ ਜਾਣਾ ਸੰਸਾਰ ਦੇ ਵਿੱਚ ਜਨ ਪਰ ਉਪਕਾਰੀ ਆਏ। ਅਸੀਂ ਦੁਨੀਆ ਵਿੱਚ ਆਏ ਹਾਂ ਆਪਣਾ ਕਰਮ ਭੋਗਣ ਵਾਸਤੇ। ਜੋ ਕੋਈ ਪਿੱਛੇ ਪਾਪ ਕਰਮ ਪੁੰਨ ਕਰਮ ਕੀਤਾ ਭੋਗਦੇ ਪਏ। ਰੱਬ ਦੇ ਪਿਆਰੇ ਜਿਹੜੇ ਨੇ ਉਹ ਸਾਡੇ ਵਾਂਗੂ ਕਰਮ ਭੋਗਣ ਨਹੀਂ ਆਏ, ਉਹ ਆਏ ਨੇ ਪਰਉਪਕਾਰ ਕਰਨ ਵਾਸਤੇ, ਵੀ ਦੁਨੀਆ ਦਾ ਭਲਾ ਕਰੀਏ। ਦੁਨੀਆ ਵਿੱਚ ਆ ਕੇ ਭਲਾ ਕਰਕੇ ਚਲੇ ਜਾਣਗੇ। ਤਾਂ ਹੀ ਮਹਾਰਾਜ ਨੇ ਲਿਖਿਆ ਨਾ, ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਸਾਧੂ ਦੇ ਸਰੀਰ ਛੱਡ ਜਾਣ ਤੇ ਕੀ ਰੋਣਾ, ਕਿਉਂਕਿ ਉਹ ਪਰਉਪਕਾਰ ਕਰਨ ਵਾਸਤੇ ਆਇਆ, ਪਰਉਪਕਾਰ ਕਰਕੇ ਚਲਾ ਗਿਆ। ਰੋਣਾ ਤੇ ਮਨਮੁਖ ਨੂੰ ਚਾਹੀਦਾ, ਜਿਹੜਾ ਜਨਮਾਂ ਵਿੱਚੋਂ ਭਟਕ ਕੇ ਇੱਥੇ ਆਇਆ ਤੇ ਇੱਥੋਂ ਫਿਰ ਅੱਗੇ ਜਿਹਨੇ ਜਨਮਾਂ ਵਿੱਚ ਚਲੇ ਜਾਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਬਚਨ ਇਹ ਹੈ, ਜਿਹੜੇ ਹਰੀ ਪ੍ਰਮਾਤਮਾ ਨਾਲ ਚਿੱਤ ਲਾ ਲੈਂਦੇ ਫਿਰ ਉਹਨਾਂ ਨੂੰ ਕਾਲ ਖਾ ਨਹੀਂ ਸਕਦਾ, ਕਿਉਂਕਿ ਉਹਨਾਂ ਦਾ ਰਸਤਾ ਵੱਖਰਾ ਹੋ ਜਾਂਦਾ ਹੈ। ਉਹਨਾਂ ਨੂੰ ਮਾਣ ਸਨਮਾਨ ਮਿਲਦਾ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ। ਜਿਵੇਂ ਜੇਲ੍ਹ ਦੇ ਵਿੱਚ ਕੈਦੀ ਵੀ ਗਿਆ ਹੈ ਤੇ ਜੇਲ੍ਹ ਦੇ ਵਿੱਚ ਅਫਸਰ ਵੀ ਜਾਂਦਾ ਪਿਆ, ਪਰ ਦੋਨਾਂ ਦੇ ਜਾਣ ਦਾ ਫਰਕ ਹੈ। ਇੱਕ ਮਾਣ ਸਨਮਾਨ ਦੇ ਨਾਲ ਜਾਂਦਾ ਪਿਆ, ਇੱਕ ਨੂੰ ਮਾਰ ਕੁੱਟ ਕੇ ਲਿਜਾਇਆ ਜਾਂਦਾ। ਇਸੇ ਤਰ੍ਹਾਂ ਭਾਈ ਜਦੋਂ ਦੁਨੀਆ ਤੋਂ ਸਾਧੂ ਜਾਂਦਾ ਹੈ, ਉਹਦਾ ਮਾਣ ਸਨਮਾਨ ਹੁੰਦਾ, ਸਤਿਕਾਰ ਨਾਲ ਲੈ ਕੇ ਜਾਇਆ ਜਾਂਦਾ ਹੈ। ਜਦੋਂ ਕੋਈ ਪਾਪੀ ਜਾਂਦਾ ਉਹਨੂੰ ਸਜ਼ਾ ਮਿਲਦੀ ਹੈ। ਪਾਤਸ਼ਾਹ ਕਹਿਣ ਲੱਗੇ, ਹਰਿ ਸਿਓ ਚਿੱਤ ਲਾਏ। ਜਦੋਂ ਗੁਰੂ ਦੀ ਬਾਣੀ ਦੇ ਨਾਲ ਨਾਮ ਦੇ ਨਾਲ ਚਿੱਤ ਜੋੜੇਗਾ, ਫਿਰ ਕਾਲ ਨਾ ਖਾਏ। ਫਿਰ ਤੈਨੂੰ ਕਾਲ ਜਿਹੜਾ ਜਮ ਹੈ ਨਾ ਉਹ ਖਾ ਨਹੀਂ ਸਕੇਗਾ, ਤੈਨੂੰ ਸਜ਼ਾ ਨਹੀਂ ਦੇ ਸਕੇਗਾ, ਤੈਨੂੰ ਦੁੱਖ ਨਹੀਂ ਦੇ ਸਕੇਗਾ। ਐਸੀ ਬਖਸ਼ਿਸ਼ ਤੈਨੂੰ ਪ੍ਰਾਪਤ ਹੋਵੇਗੀ। ਰਹਾਉ ਸੱਚ ਸਿਮਰਿਆ ਹੋਵੇ ਪ੍ਰਗਾਸ। ਜਿਹੜੇ ਸੱਚੇ ਗੁਰੂ ਦੇ ਦੱਸੇ ਹੋਏ ਨਾਮ ਦਾ ਸਿਮਰਨ ਕਰਦੇ ਨੇ, ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਗਿਆਨ ਹੋ ਜਾਂਦਾ, ਸੋਝੀ ਹੋ ਜਾਂਦੀ। ਪਰ ਸੋਝੀ ਹੁੰਦੀ ਆ ਗੁਰਮੁਖੋ ਗੁਰੂ ਦੇ ਬਚਨ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ। ਪਰ ਜਿਨ੍ਹਾਂ ਨੇ ਸਿਮਰਿਆ ਹੀ ਨਹੀਂ, ਉਹਨਾਂ ਨੂੰ ਗਿਆਨ ਕੋਈ ਪ੍ਰਾਪਤ ਨਹੀਂ ਹੋਇਆ। ਅਸੀਂ ਤੇ ਅਜੇ ਵੀ ਉੱਥੇ ਖਲੋਤੇ ਹੋਏ ਹਾਂ, ਉਹਨਾਂ ਰੋਹ ਰੀਤੀਆਂ ਵਿੱਚ, ਉਹਨਾਂ ਮਰਿਆਦਾ ਵਿੱਚ, ਉਹਨਾਂ ਭਰਮਾਂ ਵਿੱਚ, ਜਿਨ੍ਹਾਂ ਭਰਮਾਂ ਤੋਂ ਗੁਰੂ ਨੇ ਕੱਢਿਆ। ਇਹ ਭਰਮ ਸਾਡੇ ਮਨ ਵਿੱਚ ਪਏ ਹੋਏ ਨੇ। ਕਰਵਾ ਚੌਥ ਦਾ ਵਰਤ ਰੱਖਿਆ ਕਾਹਦੇ ਵਾਸਤੇ? ਉਮਰਾਂ ਲੰਬੀ ਹੋ ਜਾਏਗੀ। ਭਰਮ ਹੀ ਹੈ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਵਾਸ ਜਿਹੜੇ ਪ੍ਰਮਾਤਮਾ ਨੇ ਦਿੱਤੇ ਨੇ, ਨਹਿ ਵੱਢਣ ਘਟਣ ਤਿਲ ਸਾਰ। ਇੱਕ ਸਾਹ ਨਹੀਂ ਘਟਣਾ, ਇੱਕ ਸਾਹ ਨਹੀਂ ਵਧਣਾ। ਜਿੰਨੇ ਪ੍ਰਮਾਤਮਾ ਨੇ ਲਿਖੇ ਉਹ ਮਿਲ ਜਾਣੇ। ਪਰ ਸਾਡੇ ਤੋਂ, ਸਾਡੇ ਦੇਸ਼ ਤੋਂ ਬਾਹਰ ਵੀ ਤੇ ਲੋਕ ਵੱਸਦੇ ਨੇ ਨਾ, ਵਿਦੇਸ਼ਾਂ ਦੇ ਵਿੱਚ ਕਈਆਂ ਧਰਮਾਂ ਦੇ, ਕਈਆਂ ਜਾਤਾਂ ਦੇ ਲੋਕ ਵੱਸਦੇ ਨੇ, ਉਹ ਨਹੀਂ ਵਰਤ ਰੱਖਦੇ ਤੇ ਮਰਦੇ ਉਹ ਵੀ ਉਮਰਾਂ ਭੋਗ ਕੇ ਨੇ, ਤੇ ਮਰਦੇ ਹਿੰਦੁਸਤਾਨ ਦੇ ਲੋਕ ਵੀ ਉਮਰਾਂ ਭੋਗ ਕੇ ਨੇ। ਫਿਰ ਲਾਭ ਕੀ ਹੋਇਆ? ਇਹ ਜਿਹੜਾ ਪਖੰਡ ਭਰਮ ਕਰਦਾ ਪਿਆ ਨਾ ਆਪਣੀਆਂ ਇੱਛਾਵਾਂ ਦੀ ਪੂਰਤੀ ਵਾਸਤੇ, ਵੀ ਮੈਨੂੰ ਆਹ ਚੀਜ਼ ਨਵੀਂ ਮਿਲ ਜਾਏਗੀ ਤੇ ਮੈਂ ਆਹ ਕਰਮ ਕਰ ਲਵਾਂ। ਨਹੀਂ, ਵਰਤ ਰੱਖਣਾ ਰੱਖ ਜ਼ਰੂਰ, ਪਰ ਜਿਹੜਾ ਵਰਤ ਗੁਰੂ ਨੇ ਕਿਹਾ ਨਾ ਉਹ ਵਰਤ ਰੱਖ। ਗੁਰੂ ਨੇ ਵਰਤ ਕਿਹੜਾ ਆਖਿਆ? ਤੇ ਸਤਿਗੁਰੂ ਪਾਤਸ਼ਾਹ ਨੇ ਵਰਤ ਇਹ ਆਖਿਆ ਵੀ ਅੱਖਾਂ ਦੇ ਨਾਲ ਜਿਹੜਾ ਹੈ ਨਾ ਗੁਰੂ ਔਰ ਸੰਗਤ ਦੇ ਦਰਸ਼ਨ ਕਰ। ਅੱਖਾਂ ਦੇ ਨਾਲ ਦੁਨੀਆ ਨੂੰ ਨਾ ਵੇਖ, ਵਿਕਾਰੀ ਦ੍ਰਿਸ਼ਟੀ ਨਾ ਬਣਾ। ਇਹ ਵਰਤ ਰੱਖਣਾ, ਇਹ ਤੇ ਕਦੇ ਰੱਖਿਆ ਨਹੀਂ। ਕੰਨਾਂ ਦੇ ਨਾਲ ਗੁਰੂ ਦਾ ਬਚਨ ਸੁਣ, ਪਰ ਕੰਨਾਂ ਦੇ ਨਾਲ ਨਿੰਦਿਆ ਤੇ ਚੁਗਲੀ ਸੁਣਨਾ, ਇਹ ਨਹੀਂ ਵਰਤ ਕਦੇ ਰੱਖਿਆ। ਜ਼ੁਬਾਨ ਦੇ ਨਾਲ ਗੁਰਬਾਣੀ ਪੜ੍ਹ, ਪਰ ਨਿੰਦਿਆ ਨਾ ਕਰ, ਪਰ ਇਹ ਵਰਤ ਕਦੇ ਰੱਖਿਆ ਹੀ ਨਹੀਂ। ਪੈਰਾਂ ਦੇ ਨਾਲ ਚੱਲ ਕੇ ਸੰਗਤ ਵਿੱਚ ਜਾ, ਪਰ ਕੁਸੰਗਤ ਵਿੱਚ ਨਾ ਜਾ, ਇਹ ਵੀ ਵਰਤ ਨਹੀਂ ਕਦੇ ਰੱਖਿਆ। ਹੱਥਾਂ ਦੇ ਨਾਲ ਦਸਾਂ ਨੋਹਾਂ ਦੀ ਕਿਰਤ ਕਰਕੇ ਗੁਰੂ ਦੀ ਸੇਵਾ ਕਰ, ਇਹਨਾਂ ਨਾਲ ਚੋਰੀ ਯਾਰੀ ਨਾ ਕਰ, ਪਰ ਵਰਤ ਤੇ ਕਦੇ ਇਹ ਵੀ ਨਹੀਂ ਰੱਖਿਆ। ਜਿਹੜੇ ਵਰਤ ਰੱਖਣੇ ਚਾਹੀਦੇ ਸਨ ਉਹ ਨਹੀਂ ਰੱਖੇ, ਪਰ ਦੁਨੀਆ ਦੇ ਵਰਤ ਰੱਖ ਲੈ ਵੀ ਇਹ ਵਰਤ ਹੈ ਤੇ ਮੈਂ ਇਹ ਰੱਖਣਾ ਹੈ। ਉਹਨਾਂ ਦਾ ਲਾਭ ਕੋਈ ਨਹੀਂ ਹੈ। ਇਹ ਤੇ ਭਰਮ ਵਿੱਚ ਤੂੰ ਪੈ ਗਿਆ। ਰੋ ਵਿਚਾਰ ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ, ਸੱਚ ਸਿਮਰਿਆ ਹੋਵੇ ਪ੍ਰਗਾਸ। ਪਰ ਇਹ ਗਿਆਨ ਤਾਂ ਹੋਵੇਗਾ ਜੇ ਤੂੰ ਬਾਣੀ ਪੜ੍ਹੇਗਾ, ਜੇ ਸਿਮਰਨ ਕਰੇਗਾ। ਜੇ ਸਿਮਰਨ ਨਹੀਂ ਕੀਤਾ ਤੇ ਗਿਆਨ ਨਹੀਂ ਹੋਣਾ। ਦੁਨੀਆ ਵੱਲ ਵੇਖ ਕੇ ਛੰਨੀ ਲੈ ਕੇ ਕੋਠੇ ਤੇ ਚੜ੍ਹਿਆ ਫਿਰੇਗਾ ਦੀਵਾ ਜਗਾ ਕੇ, ਪਾਣੀ ਦਾ ਗਲਾਸ ਹੱਥ ਵਿੱਚ ਫੜ ਕੇ ਵੀ ਮੈਂ ਵਰਤ ਰੱਖਿਆ, ਮੈਂ ਕਰਵਾ ਰੱਖਿਆ ਹੈ, ਮੈਂ ਲੰਮੀ ਉਮਰਾਂ ਕਰਨ ਲੱਗਾ। ਇਹ ਗਿਆਨ ਉਹਨਾਂ ਚਿਰ ਨਾ ਸਮਝ ਪੈਣਾ, ਨਾ ਤੈਨੂੰ ਹੋਣਾ ਜਿੰਨਾ ਚਿਰ ਤੂੰ ਸਿਮਰਨ ਨਹੀਂ ਕਰਦਾ।
ਜਦੋਂ ਸਿਮਰਨ ਕਰ ਲਿਆ ਫਿਰ ਸਮਝ ਪਵੇਗੀ ਵੀ ਜਿਹੜਾ ਮੈਂ ਕਰਮ ਕਰਦਾ ਇਹ ਫੋਕਟ ਕਰਮ ਕਰਦਾ ਪਿਆ। ਜਿਹੜਾ ਕਰਮ ਗੁਰੂ ਨੇ ਆਖਿਆ ਹੈ, ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਇਹ 10ਵੇਂ ਪਾਤਸ਼ਾਹ ਨੇ ਆਖਿਆ। ਇਹ ਵਰਤ ਰੱਖ, ਵਰਤ ਰੱਖਣਾ ਤੇ ਨੀਂਦ ਦਾ ਰੱਖ। 12-13 ਘੰਟੇ ਸੁੱਤਾ ਰਹਿਣਾ, ਉਹਨੂੰ ਘਟਾ ਕੇ 7-8 ਘੰਟੇ ਕਰ ਲਾ। ਇਹ ਵਰਤ ਰੱਖ, ਬਾਕੀ ਦੇ ਘੰਟੇ ਨਾਮ ਜਪ ਲਾ। ਬਹੁਤਾ ਭੋਜਨ ਛਕ ਕੇ ਸੌਂ ਜਾਂਦਾ, ਸੁਸਤੀ ਪੈ ਜਾਂਦੀ ਹੈ, ਉਸ ਭੋਜਨ ਨੂੰ ਘਟਾ ਦੇ। ਜਿੰਨਾ ਸਰੀਰ ਮੰਗਦਾ ਕੇਵਲ ਓਨੀ ਖੁਰਾਕ ਖਾ ਤੇ ਨਾਮ ਜਪ। ਇਹ ਵਰਤ ਰੱਖ, ਇਹ ਤੇ ਰੱਖਦਾ ਨਹੀਂ ਪਿਆ। ਤੇ 364 ਦਿਨ ਪਸ਼ੂਆਂ ਵਾਂਗੂ ਪੇਟ ਭਰੇ ਪਸ਼ੂਆ ਜਿਉ ਸੋਇਓ। 364 ਦਿਨ ਤੇ ਭਰ ਭਰ ਕੇ ਖਾ ਖਾ ਕੇ ਰੱਜ ਰੱਜ ਕੇ ਸੁੱਤਾ ਰਿਹਾ। ਇੱਕ ਦਿਨ ਆਖਿਆ ਵੀ ਅੱਜ ਭੁੱਖੇ ਪੇਟ ਰਹਿ ਕੇ ਤੇ ਮੈਂ ਵਰਤ ਰੱਖਣਾ, ਲਾਭ ਕੀ ਹੋਇਆ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਰ ਭਾਈ ਗਿਆਨ ਤਾਂ ਹੋਵੇਗਾ ਜੇ ਸਿਮਰਨ ਕਰੇਗਾ। ਸਿਮਰਨ ਬਿਨਾਂ ਗਿਆਨ ਨਹੀਂ ਹੁੰਦਾ। ਉਹਨਾਂ ਚਿਰ ਇਹ ਗੱਲਾਂ ਐਵੇਂ ਹੀ ਲੱਗਦੀਆਂ, ਉਹਨਾਂ ਚਿਰ ਭਰੋਸਾ ਹੀ ਨਹੀਂ ਵੱਜੇਗਾ। ਤੈਨੂੰ ਸੁਣ ਵੀ ਲਵੇਂਗਾ ਤਾਂ ਵੀ ਨਹੀਂ ਮੰਨੀਆਂ ਜਾਣੀਆਂ, ਕਿਉਂਕਿ ਤੇਰੇ ਕੋਲ ਸਿਮਰਨ ਦੀ ਕਮਾਈ ਨਹੀਂ ਹੈ। ਤਾਂ ਤੇ ਵੇਖਿਆ ਮੈਂ ਰਹਿ ਉਦਾਸ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਿਮਰਨ ਕੋਲ ਹੋਵੇਗਾ, ਵਿਖਿਆ ਜਿਹੜੀ ਮਾਇਆ, ਫਿਰ ਮਾਇਆ ਵਿੱਚ ਰਹਿੰਦਿਆਂ ਵੀ ਉਦਾਸ ਕਹੀਏ ਨਿਰਲੇਪ ਰਵੇਂਗਾ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਤੇ ਪਾਣੀ ਤੋਂ ਬਾਹਰ ਆ ਕੇ ਖਿੜਦਾ, ਪਾਣੀ ਵਿੱਚ ਡੁੱਬਦਾ ਨਹੀਂ ਹੈ। ਇਸੇ ਤਰ੍ਹਾਂ ਤੂੰ ਦੁਨੀਆ ਵਿੱਚ ਰਹਿੰਦਿਆਂ ਹੋਇਆਂ, ਮਾਇਆ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਪਦਾਰਥਾਂ ਤੋਂ ਨਿਰਲੇਪ ਰਵੇਂਗਾ, ਇਹਨਾਂ ਵਿੱਚ ਡੁੱਬੇਗਾ ਨਹੀਂ। ਪਰ ਉਦੋਂ ਜਦੋਂ ਸਿਮਰਨ ਦੀ ਕਮਾਈ ਕਰੇਗਾ, ਜਦੋਂ ਨਾਮ ਦੀ ਕਮਾਈ ਕਰੇਗਾ। ਵਿਖਿਆ ਮੈਂ, ਵਿਖਿਆ ਕਹੀਏ ਮਾਇਆ, ਮਾਇਆ ਦੇ ਵਿੱਚ ਫਿਰ ਉਹ ਗੁਰਮੁਖ ਜਿਹੜੇ ਉਦਾਸ ਕਹੀਏ ਉਪਰਾਮ ਰਹਿੰਦੇ ਨੇ, ਇਹਦੇ ਵਿੱਚ ਖਚਤ ਨਹੀਂ ਹੁੰਦੇ ਹਨ। ਸਤਿਗੁਰ ਕੀ ਐਸੀ ਵਡਿਆਈ। ਭਾਈ ਸਤਿਗੁਰਾਂ ਦੀ ਵਡਿਆਈ ਤੇ ਬੜੀ ਵੱਡੀ ਹੈ, ਜਿਹੜੀ ਕਹੀ ਨਹੀਂ ਜਾ ਸਕਦੀ, ਕਥਨ ਨਹੀਂ ਕੀਤੀ ਜਾ ਸਕਦੀ। ਪਰ ਮਹਾਰਾਜ ਇੱਥੇ ਇੱਕ ਬਚਨ ਵਰਤਦੇ ਪਏ, ਕਹਿਣ ਲੱਗੇ ਗੁਰੂ ਦੀ ਵਡਿਆਈ ਬੜੀ ਵੱਡੀ ਹੈ। ਕਿੰਨੀ ਕੁ ਵੱਡੀ ਹੈ ਉਹ ਇੱਥੇ ਫਰਮਾਉਂਦੇ ਹਨ। ਪੁੱਤਰ ਕਲੱਤਰ ਵਿੱਚ ਗਤ ਪਾਈ। ਸਤਿਗੁਰੂ ਜੀ ਪੁੱਤਰ ਕਲੱਤਰ ਦੇ ਵਿੱਚ ਹੀ, ਪੁੱਤਰ ਤੇ ਕਲੱਤਰ ਇਸਤਰੀ, ਇਸਤਰੀ ਤੋਂ ਭਾਵ ਪਰਿਵਾਰ। ਮਹਾਰਾਜ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਤੈਨੂੰ ਗਤ ਕਹੀਏ ਮੁਕਤੀ ਦੇ ਦੇਣਗੇ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦੁਨੀਆ ਤੋਂ ਆਉਣ ਤੋਂ ਪਹਿਲਾਂ ਨਾ ਨਾਮ ਜਿਹੜਾ ਸੀ ਕੰਨ ਵਿੱਚ ਦਿੱਤਾ ਜਾਂਦਾ। ਪਹਿਲਾਂ ਉਹਨੂੰ ਆਪਣਾ ਸੇਵਕ ਬਣਾਇਆ ਜਾਂਦਾ, ਸੇਵਾਦਾਰ। ਪਹਿਲਾਂ ਮੇਰੀ ਸੇਵਾ ਕਰ, ਸੇਵਾ ਕਰਾ ਕੇ ਕਈ ਸਾਲ ਫਿਰ ਉਹਦੇ ਕੰਨ ਵਿੱਚ ਨਾਮ ਦੇਣਾ ਵੀ ਇਹ ਨਾਮ ਕੇਵਲ ਤੂੰ ਜਪਣਾ, ਪਰ ਦੱਸਣਾ ਨਹੀਂ ਕਿਸੇ ਨੂੰ। ਔਰ ਫਿਰ ਉਹਦੇ ਤੇ ਬੰਦਸ਼ ਲਾਈ ਜਾਂਦੀ ਵੀ ਤੈਨੂੰ ਪ੍ਰਾਪਤੀ ਤਾਂ ਹੋਣੀ ਹੈ ਵੀ ਤੂੰ ਵਿਆਹ ਨਹੀਂ ਕਰਾਉਣਾ, ਤੈਨੂੰ ਘਰ-ਬਾਰ ਛੱਡਣਾ ਪਵੇਗਾ, ਜੋਗੀ ਸੰਨਿਆਸੀ ਬਣਨਾ ਪਵੇਗਾ। ਤੇ ਜਿਹੜਾ ਵਿਆਹ ਕਰਵਾ ਲੈਂਦਾ ਉਹਨੂੰ ਬੜਾ ਮਾੜਾ ਸਮਝਿਆ ਜਾਂਦਾ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਵਿਆਹ ਕਰਵਾਇਆ। ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਉਹਨਾਂ ਨੇ ਬੜਾ ਇਸ ਗੱਲ ਨੂੰ ਭੰਡਿਆ, ਪ੍ਰਚਾਰਿਆ ਵੀ ਲਓ ਗ੍ਰਸਤੀ ਵੀ ਗੁਰੂ ਹੋ ਸਕਦਾ। ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਤੇ ਕਿਸੇ ਜੋਗੀ ਨੇ ਵੀ ਸਵਾਲ ਕਰਤਾ ਸੀ ਆ ਕੇ, ਕਹਿਣ ਲੱਗਾ ਮਹਾਰਾਜ ਉਹ ਗੁਰੂ ਕਾਹਦਾ ਜਿਹੜਾ ਵਿਆਹਿਆ ਹੋਵੇ, ਜਿਹਦੇ ਪੁੱਤਰ ਹੋਣ ਤੇ ਜਿਹਦੇ ਕੋਲ ਮਾਇਆ ਹੋਵੇ, ਉਹ ਕਾਹਦਾ ਗੁਰੂ ਹੈ? ਕੀ ਉਹ ਕਰੇਗਾ? ਕਿਹਦਾ ਭਲਾ ਕਰੇਗਾ? ਤੇ ਧੰਨ ਛੇਵੇਂ ਪਾਤਸ਼ਾਹ ਮਹਾਰਾਜ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਪੁੱਤਰ ਨਿਸ਼ਾਨ ਹੈ, ਔਰਤ ਈਮਾਨ ਹੈ ਤੇ ਮਾਇਆ ਗੁਜਰਾਨ ਹੈ। ਭਾਵੇਂ ਕੋਈ ਯੋਗੀ ਹੈ ਨਾ, ਸੰਨਿਆਸੀ ਹੈ, ਮਾਇਆ ਬਿਨਾਂ ਗੁਜ਼ਾਰਾ ਉਹਦਾ ਵੀ ਨਹੀਂ ਹੈ। ਕੰਨ ਤੇ ਫੜਨਾ ਪੈਣਾ, ਭਾਵੇਂ ਕੋਈ ਸਿੱਧਾ ਫੜੇ ਤੇ ਭਾਵੇਂ ਕੋਈ ਪੁੱਠਾ ਫੜੇ। ਯੋਗੀ ਸੰਨਿਆਸੀ ਨੂੰ ਵੀ ਮਾਇਆ ਦੀ ਲੋੜ ਪੈਂਦੀ ਹੈ। ਧਨ ਮਾਇਆ ਗੁਜ਼ਾਰੇ ਵਾਸਤੇ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਵਰਤਣੀ ਪੈਂਦੀ ਸਮਾਂ ਪੈਣ ਤੇ। ਤੇ ਪੁੱਤਰ ਕੋਈ ਮਾੜੀ ਚੀਜ਼ ਨਹੀਂ, ਨਿਸ਼ਾਨ ਹੈ, ਬੁੱਢੇ ਬਾਰੇ ਸੇਵਾ ਕਰੇਗਾ। ਔਰਤ ਈਮਾਨ ਹੈ, ਬੰਦਾ ਆਪਣੇ ਧਰਮ ਕਰਮ ਦੇ ਵਿੱਚ ਰਹਿੰਦਾ, ਮਾੜਿਆਂ ਕਰਮਾਂ ਤੋਂ ਬਚ ਸਕਦਾ ਹੈ। ਸੋ ਇਹ ਗੁਰੂ ਸਾਹਿਬਾਂ ਨੇ ਇਹ ਪਿਰਤ ਪਾਈ ਹੈ ਵੀ ਤੁਸੀਂ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਨਾਮ ਜਪ ਕੇ ਮੁਕਤ ਹੋ ਸਕਦੇ ਹੋ। ਜ਼ਰੂਰੀ ਨਹੀਂ ਹੈ ਵੀ ਤੁਸੀਂ ਵਿਆਹ ਨਾ ਹੀ ਕਰਵਾਓਗੇ ਤੇ ਤਾਂ ਗੱਲ ਬੰਨੀ। ਪਰ ਗੁਰੂ ਤੋਂ ਪਹਿਲਾਂ ਲੋਕਾਂ ਦੇ ਮਨ ਵਿੱਚ ਇਹੋ ਹੀ ਭਰਮ ਸੀ ਵੀ ਜਿਹੜਾ ਵਿਆਹਿਆ ਗਿਆ ਉਹ ਨਾ ਨਾਮ ਜਪ ਸਕਦਾ, ਨਾ ਉਹ ਮੁਕਤ ਹੋ ਸਕਦਾ। ਪਰ ਸਤਿਗੁਰਾਂ ਨੇ ਆਪ ਵਿਆਹ ਕਰਵਾਏ ਤੇ ਵਿਆਹ ਕਰਵਾ ਕੇ ਦੱਸਿਆ ਵੀ ਪਰਿਵਾਰ ਦੇ ਵਿੱਚੋਂ ਵੀ ਸਭ ਕੁਝ ਪ੍ਰਾਪਤ ਹੋ ਜਾਂਦਾ। ਇੱਥੇ ਮਹਾਰਾਜ ਕਹਿਣ ਲੱਗੇ ਸਤਿਗੁਰ ਕੀ ਐਸੀ ਵਡਿਆਈ ਹੈ, ਗੁਰੂ ਦੀ ਵਡਿਆਈ ਐਸੀ ਹੈ। ਪੁੱਤਰ ਕਲੱਤਰ ਵਿੱਚੇ ਗਤ ਪਾਈ, ਪੁੱਤਰ ਕਲੱਤਰ ਇਸਤਰੀ, ਪਰਿਵਾਰ, ਮਾਂ ਬਾਪ, ਭੈਣਾਂ ਭਰਾ ਜੋ ਵੀ ਨੇ
ਸਾਰਿਆਂ ਵਿੱਚ ਰਹਿੰਦਿਆਂ ਹੋਇਆਂ ਤੂੰ ਨਾਮ ਜਪ ਸਕਦਾ, ਸਾਰਿਆਂ ਵਿੱਚ ਰਹਿੰਦਿਆਂ ਹੋਇਆਂ ਗਤ ਪਾਈ ਤੂੰ ਮੁਕਤੀ ਵੀ ਪਾ ਸਕਦਾ। ਇਹਦੇ 'ਚ ਬੰਦਿਸ਼ ਕੋਈ ਨਹੀਂ ਹੈ, ਕਿਉਂਕਿ ਗ੍ਰਸਥ ਧਰਮ ਸਾਰਿਆਂ ਤੋਂ ਵੱਡਾ ਹੈ। ਐਸੀ ਬਖਸ਼ਿਸ਼ ਮਹਾਰਾਜ ਕਰਦੇ ਹਨ। ਐਸੀ ਸੇਵਕ ਸੇਵਾ ਕਰੈ, ਸੇਵਕ ਬਣ ਕੇ ਇਸ ਤਰ੍ਹਾਂ ਦੀ ਸੇਵਾ ਕਰੇ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ। ਜਿਸ ਕਾ ਜੀਓ ਤਿਸ ਆਗੈ ਧਰੈ, ਜਿਸ ਪ੍ਰਮਾਤਮਾ ਨੇ ਤੈਨੂੰ ਤਨ ਮਨ ਦਿੱਤਾ ਉਹਦੇ ਅੱਗੇ ਭੇਟ ਕਰ ਦੇਵੇ। ਸਤਿਗੁਰ ਆਗੈ ਸੀਸ ਭੇਟ ਦੇਵੋ, ਜੇ ਸਤਿਗੁਰ ਸਾਚੈ ਭਾਵੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਸੋ ਐਸੀ ਅਵਸਥਾ ਤੇਰੀ ਬਣ ਜਾਵੇ। ਅਜੇ ਤੇ ਅਸੀਂ ਗੱਲਾਂ ਹੀ ਕਰਦੇ ਆ ਨਾ, ਮੈਂ ਗੁਰੂ ਨੂੰ ਮਨ ਅਰਪਿਆ ਤਨ ਅਰਪਿਆ, ਪਰ ਇਹ ਗੱਲਾਂ ਹੀ ਨਹੀਂ, ਅਰਪਿਆ ਕੁਝ ਨਹੀਂ ਹੈ ਅਸੀਂ। ਪਰ ਇਹ ਅਵਸਥਾ ਉਦੋਂ ਬਣੇਗੀ ਜਦੋਂ ਗੁਰੂ ਦਾ ਸੇਵਕ ਬਣੇਗਾ, ਫਿਰ ਆਪਣੇ ਆਪ ਸਮਝ ਪੈ ਜਾਵੇਗੀ ਹੈ ਹੀ ਸਾਰਾ ਕੁਝ ਗੁਰੂ ਦਾ ਹੈ, ਪਰਮੇਸ਼ਰ ਦਾ ਹੈ। ਜਿਹਨੇ ਤੈਨੂੰ ਦਿੱਤਾ ਹੈ ਉਸ ਦੇ ਅੱਗੇ ਉਹਦੀ ਭੇਟਾ ਰੱਖ ਦੇਣਾ ਕਰੇ। ਸਾਹਿਬ ਭਾਵੇ ਸੋ ਪ੍ਰਵਾਨ, ਜਿਹੜਾ ਸਾਹਿਬ ਮਾਲਕ ਨੂੰ ਭਾ ਜਾਂਦਾ ਉਹ ਪ੍ਰਵਾਨ ਨੀਕ ਭਾਈ ਸਫਲਾ ਹੈ। ਸੋ ਸੇਵਕ ਦਰਗਾਹ ਪਾਵੈ ਮਾਨ, ਐਸੇ ਜਿਹੜੇ ਸੇਵਕ ਨੇ ਦਰਗਾਹ ਦੇ ਵਿੱਚ ਮਾਣ ਪਾਉਂਦੇ, ਇੱਜ਼ਤ ਪਾਉਂਦੇ। ਇੱਜ਼ਤ ਉਹਨਾਂ ਨੂੰ ਮਿਲਦੀ ਹੈ ਜੋ ਗੁਰੂ ਦਾ ਸੇਵਕ ਬਣ ਜਾਂਦਾ ਹੈ। ਗੁਰੂ ਦੇ ਸੇਵਕ ਨੂੰ ਰੇ ਰੇ ਦਰਗਾਹ ਕਹੈ ਨਾ ਕੋਊ, ਆਓ ਬੈਠ ਆਦਰ ਸੁਭ ਦਿਉ। ਸ੍ਰੇਸ਼ਟ ਆਦਰ ਇੱਥੇ ਵੀ ਤੇ ਪਰਲੋਕ ਦੇ ਵਿੱਚ ਵੀ। ਰੇ ਰੇ ਓਏ ਓਏ ਕੋਈ ਨਹੀਂ ਕਵੇਗਾ, ਮਾੜਾ ਕੋਈ ਨਹੀਂ ਬੋਲੇਗਾ। ਪਰ ਕਿਹਨੂੰ ਨਹੀਂ ਬੋਲੇਗਾ? ਜਿਹੜਾ ਗੁਰੂ ਦੇ ਨਾਲ ਜੁੜਿਆ ਉਹਨੂੰ ਲੋਕ ਪਰਲੋਕ ਦੇ ਵਿੱਚ ਮਾਣ ਸਨਮਾਨ ਪ੍ਰਾਪਤ ਹੁੰਦਾ ਹੈ। ਸਤਿਗੁਰ ਕੀ ਮੂਰਤ ਹਿਰਦੈ ਵਸਾਏ, ਸਤਿਗੁਰਾਂ ਦੀ ਮੂਰਤੀ ਮਹਾਰਾਜ ਦੇ ਸਰੂਪ ਨੂੰ ਹਿਰਦੇ ਵਿੱਚ ਵਸਾ ਲਵੇ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰੂ ਦੇ ਸਰੂਪ ਨੂੰ ਹਿਰਦੇ ਵਿੱਚ ਵਸਾ ਕੇ ਰੱਖੇ, ਐਸੀ ਅਵਸਥਾ ਨੂੰ ਪ੍ਰਾਪਤ ਹੋਵੇ। ਜੋ ਇੱਛਾ ਸੋਈ ਫਲ ਪਾਏ, ਫਿਰ ਜਿਹੜੀ ਇੱਛਾ ਰੱਖੇਗਾ ਉਹ ਫਲ ਪ੍ਰਾਪਤ ਹੋ ਜਾਵੇਗਾ। ਮਨ ਇੱਛਤ ਫਲ ਤੈਨੂੰ ਪ੍ਰਾਪਤ ਹੋ ਜਾਣਗੇ। ਸੱਚਾ ਸਾਹਿਬ ਕਿਰਪਾ ਕਰੈ, ਜਿਨ੍ਹਾਂ ਦੇ ਉੱਪਰ ਸੱਚਾ ਸਾਹਿਬ ਪਰਮਾਤਮਾ ਮਾਲਕ ਗੁਰੂ ਕਿਰਪਾ ਕਰਦਾ, ਬਖਸ਼ਿਸ਼ ਕਰ ਦਿੰਦੇ ਹਨ। ਸੋ ਸੇਵਕ ਜਮ ਤੇ ਕੈਸਾ ਡਰੈ, ਉਹ ਫਿਰ ਸੇਵਕ ਜਮਾਂ ਤੋਂ ਨਹੀਂ ਡਰਦਾ। ਹੁਣ ਤੇ ਭਾਈ ਜਮਾਂ ਦਾ ਨਾਂ ਸੁਣ ਕੇ ਡਰ ਲੱਗਦਾ। ਜਮਾਂ ਦੇ ਨਾਂ ਤੇ ਸੁਣਨਾ ਦੂਰ ਦੀ ਗੱਲ ਹੈ, ਸਾਡੇ ਮਨ ਵਿੱਚ ਡਰ ਇੰਨਾ ਹੈ ਕਿ ਜੇ ਸਾਨੂੰ ਇਹ ਕੋਈ ਗੱਲ ਕਹਿ ਦੇਵੇ ਨਾ ਵੀ ਜਾ ਮਰ ਜਾ, ਸਾਨੂੰ ਪਤਾ ਵੀ ਇਹਦੇ ਕਹਿਣ ਤੇ ਮਰਨਾ ਮੈਂ ਕੋਈ ਨਹੀਂ ਹੈ, ਪਰ ਕਹਿ ਦੇਵੇ ਅਸੀਂ ਉਹਦੇ ਗੱਲ ਪੈ ਜਾਈ, ਲੜਾਈ ਕਰੀ ਦੀ, ਤੂੰ ਮੈਨੂੰ ਇਹ ਗੱਲ ਕਹੀ ਕਿਉਂ ਹੈ। ਗੱਲ ਇਹ ਹੈ ਮੌਤ ਦਾ ਡਰ ਇੰਨਾ, ਜਮਾਂ ਦਾ ਡਰ ਹੀ ਇੰਨਾ ਹੈ ਕਿ ਉਹ ਸ਼ਬਦ ਸੁਣ ਕੇ ਸਾਨੂੰ ਗੁੱਸਾ ਆਉਂਦਾ, ਅਸੀਂ ਲੜਾਈ ਕਰਦੇ ਹਾਂ। ਪਰ ਮਹਾਰਾਜ ਕਹਿਣ ਲੱਗੇ ਜਮਾਂ ਦਾ ਡਰ ਤੇ ਮਨਮੁਖਾਂ ਨੂੰ ਹੈ, ਗੁਰਮੁਖਾਂ ਨੂੰ ਜਮਾਂ ਦਾ ਕੋਈ ਡਰ ਨਹੀਂ ਹੈ। ਮਹਾਰਾਜ ਕਹਿਣ ਲੱਗੇ ਭਾਈ ਸੋ ਸੇਵਕ ਜਮ ਤੇ ਕੈਸਾ ਡਰ ਹੈ। ਜਿਹੜਾ ਸੇਵਕ ਹੀ ਬਣ ਗਿਆ ਉਹਨੂੰ ਕਾਹਦਾ ਫਿਰ ਜਮਾਂ ਦਾ ਡਰ ਹੈ। ਗੁਰਮੁਖ ਆਏ ਆਵੇ ਜਾਏ ਨਿਸ਼ੰਕ, ਉਹ ਨਿਸੰਕ ਹੋ ਜਾਂਦਾ, ਡਰ ਤੋਂ ਸੰਕੋਚ ਤੋਂ ਪਰੇ ਹੋ ਜਾਂਦਾ, ਉਸ ਨੂੰ ਡਰ ਕੋਈ ਨਹੀਂ ਹੈ। ਪੰਤ ਨਾਨਕ ਕਰੇ ਵਿਚਾਰ, ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਭਾਈ ਜਿਹੜਾ ਸ਼ਬਦ ਦੀ ਵਿਚਾਰ ਕਰਦਾ ਹੈ, ਸਾਚੀ ਬਾਣੀ ਸਿਓ ਧਰੇ ਪਿਆਰ, ਜਿਹਨੇ ਸੱਚੀ ਬਾਣੀ ਗੁਰਾਂ ਦੀ ਬਾਣੀ ਦੇ ਨਾਲ ਜਿਹਨੇ ਪਿਆਰ ਕੀਤਾ ਹੈ, ਜਿਹੜਾ ਪਿਆਰ ਦੇ ਨਾਲ ਭਾਵਨਾ ਦੇ ਨਾਲ ਬਾਣੀ ਪੜ੍ਹਦਾ, ਬਾਣੀ ਪੜ੍ਹਨ ਲੱਗਿਆਂ ਫਾਇਆ ਨਹੀਂ ਵੜਦਾ ਕਿ ਇਹ ਛੇਤੀ ਨਾਲ ਸਮੇਟ ਕੇ ਪਰੇ ਹੋ ਜਾਵਾਂ, ਭੱਜ ਜਾਵਾਂ, ਨਹੀਂ, ਬਾਣੀ ਪੜ੍ਹਦਾ ਬੜੇ ਭਾਵਨਾ ਨਾਲ, ਬੜੇ ਪਿਆਰ ਦੇ ਨਾਲ। ਤੇ ਬਹੁਤ ਆਤ ਸਾਡੇ ਵਿੱਚ ਅੱਜ ਇਹ ਘਾਟ ਹੈ, ਜਦੋਂ ਅਸੀਂ ਨਿਤਨੇਮ ਕਰਦੇ ਹਾਂ ਨਾ ਸਾਡੀ ਬੜੀ ਜ਼ਿਆਦਾ ਸਪੀਡ ਹੁੰਦੀ ਹੈ, ਸਾਨੂੰ ਆਪ ਨੂੰ ਸਮਝ ਨਹੀਂ ਆਉਂਦਾ ਵੀ ਮੈਂ ਕੀ ਕਰਦਾ ਪਿਆ। ਗੁਰਬਾਣੀ ਨੂੰ ਸਹਿਜੇ ਸਹਿਜੇ ਰਸ ਲੈ ਕੇ ਸਵਾਦ ਦੇ ਨਾਲ ਪੜ੍ਹ, ਜਿੰਨਾ ਸਮਾਂ ਗੁਰੂ ਲੇਖੇ ਲਾਉਣਾ ਉਸ ਨੂੰ ਭਾਵਨਾ ਦੇ ਨਾਲ ਲਾ, ਬੱਧਾ ਚੱਟੀ ਨਾ ਪਰ। ਜਿਹੜੇ ਗੁਰੂ ਦੀ ਬਾਣੀ ਨਾਲ ਪਿਆਰ ਕਰਦੇ ਹਨ ਤਾਂ ਕੋ ਪਾਵੈ ਮੋਖ ਦੁਆਰ, ਉਹ ਫਿਰ ਗੁਰਮੁਖ ਮੋਕਸ਼ ਦੇ ਦਰਵਾਜ਼ੇ ਨੂੰ ਪ੍ਰਾਪਤ ਹੁੰਦੇ। ਤਾਂ ਜਿਹੜਾ ਫਿਰ ਉਹ ਵਿਅਕਤੀ ਹੈ ਨਾ, ਕਹਿ ਲਈਏ ਉਹ ਮੋਕਸ਼ ਨੂੰ ਪ੍ਰਾਪਤ ਹੁੰਦਾ, ਮੁਕਤੀ ਨੂੰ ਪ੍ਰਾਪਤ ਹੁੰਦਾ ਹੈ। ਜਪ ਤਪ ਸਭ ਇਹੋ ਸ਼ਬਦ ਹੈ ਸਾਰ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਦਾ ਸ਼ਬਦ ਜਿਹੜਾ ਹੈ ਨਾ ਸਾਰ ਕਹੀਏ ਸ੍ਰੇਸ਼ਟ ਹੈ ਸਾਰਿਆਂ ਜਪਾਂ ਤੋਂ ਤਪਾਂ ਤੋਂ। ਜਿੰਨੇ ਕੋਈ ਜਪ ਤਪ ਕਰਦਾ, ਕੋਈ ਕਰਮ ਕਾਂਡ ਕਰਦਾ, ਉਹਨਾਂ ਸਾਰਿਆਂ ਤੋਂ ਗੁਰੂ ਦਾ ਸ਼ਬਦ ਜਿਹੜਾ ਸਾਰ ਕਹੀਏ ਸ੍ਰੇਸ਼ਟ ਹੈ, ਮਤਲਬ ਸਭ ਤੋਂ ਸ਼੍ਰੋਮਣੀ ਹੈ। ਬਾਕੀ ਸਭ ਗੱਲਾਂ ਥੱਲੇ ਰਹਿ ਜਾਂਦੀਆਂ ਗੁਰੂ ਦੇ ਉਪਦੇਸ਼ ਤੋਂ। ਭਾਵੇਂ ਕੋਈ ਜਪ ਕਰਦਾ ਤਪ ਕਰਦਾ, ਪਰ ਗੁਰੂ ਦਾ ਸ਼ਬਦ ਸਭ ਤੋਂ ਸ੍ਰੇਸ਼ਟ ਹੈ। ਜਾਂ ਇਸ ਤਰ੍ਹਾਂ ਕਹਿ ਲਈਏ
ਜਿਹਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ ਉਹਦੇ ਜਪ ਤਪ ਕੀਤੇ ਵੀ ਸਫਲੇ ਹੋ ਜਾਂਦੇ। ਉਹਦੇ ਜਪ ਤਪ ਸਫਲੇ ਨੇ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕੀਤੀ ਹੈ। ਗੁਰੂ ਦਾ ਸ਼ਬਦ ਸਭ ਤੋਂ ਸ਼੍ਰੋਮਣੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਗੁਰੂ ਕਾ ਹਿਰਦੇ ਵਸੇ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਭਗਤ ਨਾਨਕ ਘਰੇ ਵਿਚਾਰ, ਸਾਚੀ ਬਾਣੀ ਸਿਉ ਧਰੇ ਪਿਆਰ। ਤਾਕੋ ਪਾਵੈ ਮੋਖ ਦੁਆਰ, ਜਪ ਤਪ ਸਭੇ ਹੋ ਸ਼ਬਦ ਹੈ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮਨੇ। ਜਿਤ ਸਤਿਗੁਰ ਕਾ ਮਨ ਮੰਨਿਆ,